सत श्री अकाल, सलाम, नमस्कार, आदाब सब सत्कारत सज्जनां ਨੂੰ जो इस वक्त जिंदगी ਦੇ रंगां ਤੇ आवाज़ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਤੁਹਾਡੇ ਨਾਲ ਲਾਈਵ ਹੁੰਨੇ ਆ। ਤੇ ਅੱਜ ਤਾਰੀਖ ਹੈ 1 ਸਤੰਬਰ ਸਨ 2021, 17 ਭਾਦੋਂ ਨਾਨਕਸ਼ਾਹੀ ਸੰਮਤ 553। ਸ਼ਾਮ ਦੀ ਸਵਾ ਦੇ ਪ੍ਰੋਗਰਾਮ ਟਿਵਾਣਾ ਲਾਈਵ ਦੇ ਵਿੱਚ ਆਪ ਸਭ ਸੱਜਣਾਂ ਦਾ ਸਵਾਗਤ ਹੈ। ਤੇ ਧੰਨਵਾਦ ਸਾਡੇ ਸਪਾਂਸਰ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਨੇ। ਤੇ ਕੁਝ ਅਹਿਮ ਖਬਰਾਂ ਤੇ ਚਰਚਾ ਕਰਾਂਗੇ। ਅੱਜ ਸਿਆਸਤ ਤੇ ਵਿਰਾਸਤ ਦੀ ਗੱਲ ਕਰਾਂਗੇ। ਅੱਜ ਇਹ ਪ੍ਰੋਗਰਾਮ ਰਿਕਾਰਡਡ ਹੈ, ਇਸ ਦੇ ਵਿੱਚ ਸੁਨੇਹਾ ਮੈਸੇਜ ਤੁਹਾਡਾ ਨਹੀਂ ਲਵਾਂਗੇ, ਇਸ ਗੱਲ ਦੀ ਮਾਫੀ। ਤੇ ਇਸ ਦੌਰਾਨ ਵਿਚਾਰ ਚਰਚਾ ਜਿਹੜੀ ਹੈ ਕੁਝ ਖਬਰਾਂ ਤੇ ਆਪਾਂ ਕਰਦੇ ਹਾਂ ਕਿ ਕੀ ਕੁਝ ਦੌਰੇ ਸਿਆਸਤ ਦੇ ਵਿੱਚ ਵਾਪਰ ਰਿਹਾ। ਜਿਸ ਤਰ੍ਹਾਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਤੇ ਕਾਂਗਰਸੀ ਆਗੂ ਹਰੀਸ਼ ਰਾਵਤ ਪੰਜਾਬ ਪੁੱਜੇ ਹੋਏ ਨੇ। ਇਸ ਮੁਤਲਕ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਖੇਮੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਸ ਤਰ੍ਹਾਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਸਮੇਤ ਜਿਹੜੇ 5 ਪ੍ਰਧਾਨ ਨੇ ਉਹਨਾਂ ਦੀ ਤੁਲਨਾ 5 ਪਿਆਰਿਆਂ ਨਾਲ ਕਰ ਦਿੱਤੀ ਸੀ। ਨਵਜੋਤ ਸਿੰਘ ਸਿੱਧੂ ਤੇ 4 ਉਸਦੇ ਜਿਹੜੇ ਕਾਰਜਕਾਰੀ ਸਾਥੀ ਸੀ ਉਹਨਾਂ 5 ਨੂੰ 5 ਪਿਆਰੇ ਕਹਿ ਦਿੱਤਾ ਸੀ, ਜਿਸ ਨੂੰ ਲੈ ਕੇ ਕੁਝ ਧਾਰਮਿਕ ਉਜ਼ਰ ਵੀ ਹੋਏ ਕਿਉਂਕਿ 5 ਪਿਆਰਿਆਂ ਦਾ ਸਿੱਖ ਧਰਮ ਦੇ ਵਿੱਚ ਇੱਕ ਵੱਖਰਾ ਸਤਿਕਾਰ ਹੈ। ਤੇ ਇਸ ਦੌਰਾਨ ਇਹ ਸਹਿਜ ਸੁਭਾਅ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ 5 ਲੋਕ ਜਾਣੀ ਕਿ 5 ਪਿਆਰੇ ਨੇ, ਇਹ ਦੇ ਮੁਤਲਕ ਹਰੀਸ਼ ਰਾਵਤ ਨੇ ਮਾਫੀ ਮੰਗੀ ਹੈ ਕਿਉਂਕਿ ਅਕਾਲੀ ਦਲ ਦੀ ਤਰਫੋਂ ਡਾਕਟਰ ਦਲਜੀਤ ਸਿੰਘ ਚੀਮਾ ਜਾਂ ਹੋਰ ਕੁਝ ਲੋਕਾਂ ਨੇ ਉਜ਼ਰ ਕੀਤਾ ਸੀ ਕਿ 5 ਪਿਆਰੇ ਸਿੱਖ ਧਰਮ ਦੇ ਸਤਿਕਾਰਤ ਪਿਆਰੇ ਮੰਨੇ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਸਿੱਖ ਅਕੀਦਿਆਂ ਨੂੰ ਠੇਸ ਪੁੱਜੀ ਹੈ। ਤੇ ਜਿਸ ਤੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਹਰੀਸ਼ ਰਾਵਤ ਨੇ ਭਾਵੇਂ ਇਸ ਮਸਲੇ ਨੂੰ ਦਬਾਉਣ ਦੇ ਲਈ ਕੋਸ਼ਿਸ਼ ਕੀਤੀ ਹੈ ਕਿ ਉਸ ਦੇ ਵੱਲੋਂ ਸਹਿਜ ਸੁਭਾਅ ਇਹ ਗੱਲ ਹੋਈ ਹੈ ਤੇ ਫਿਰ ਉਸਨੇ ਉੱਤਰਾਖੰਡ ਦੇ ਵਿੱਚ ਸਿੱਖ ਧਰਮ ਦੇ ਸਥਾਨਾਂ ਦੀ ਬਿਹਤਰੀ ਦੇ ਕੀਤੇ ਕੰਮਾਂ ਦਾ ਵੀ ਜ਼ਿਕਰ ਕੀਤਾ ਕਿ ਮੇਰੀ ਸਿੱਖ ਧਰਮ ਦੇ ਵਿੱਚ ਬਹੁਤ ਆਸਥਾ ਵਿਸ਼ਵਾਸ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਜਾਣ ਵਾਲੇ ਲੋਕਾਂ ਦੇ ਵਾਸਤੇ ਜਿਸ ਤਰ੍ਹਾਂ ਸੁਚਾਰੂ ਕੰਮ ਕੀਤੇ, ਗੁਰਦੁਆਰਾ ਨਾਨਕ ਮੱਥਾ, ਗੁਰਦੁਆਰਾ ਰੀਠਾ ਸਾਹਿਬ ਦੇ ਵਿਚਕਾਰ ਸੜਕਾਂ ਬਣਾਉਣ ਜਾਂ ਹੋਰ ਜੋ ਕੰਮ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਕੀਤੇ ਉਹਨਾਂ ਦਾ ਉਚੇਚਾ ਜ਼ਿਕਰ ਕੀਤਾ ਕਿ ਆਪਣੇ ਕਾਂਗਰਸ ਦੇ ਇਹਨਾਂ ਆਗੂਆਂ ਨੂੰ 5 ਪਿਆਰਿਆਂ ਦੀ ਤੁਲਨਾ ਦੇ ਕੇ ਉਹਨਾਂ ਨੇ ਇਹ ਗੱਲ ਸਹਿਜ ਸੁਭਾਅ ਆਖੀ ਹੈ ਤੇ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਇਸ ਤੇ ਅਫਸੋਸ ਦਾ ਪ੍ਰਗਟਾਵਾ ਕਰਦੇ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਆਪਣਾ ਜਿਹੜਾ 2022 ਦਾ ਜੰਗ ਜਿੱਤਣ ਦੇ ਵਾਸਤੇ ਕਾਰਵਾਈਆਂ ਜਾਰੀ ਨੇ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫੋਂ ਆਗਾਮੀ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਵਾਸਤੇ 6 ਹੋਰ ਵਿਧਾਨ ਸਭਾ ਹਲਕਿਆਂ ਤੋਂ ਅਕਾਲੀ ਦਲ ਦੇ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਹੈ ਕਿ ਸੁਖਬੀਰ ਬਾਦਲ ਵੱਲੋਂ ਜਗਮੀਤ ਸਿੰਘ ਬਰਾੜ ਨੂੰ ਹਲਕਾ ਮੌੜ, ਜੀਤ ਮਹਿੰਦਰ ਸਿੰਘ ਸਿੱਧੂ ਨੂੰ ਹਲਕਾ ਤਲਵੰਡੀ ਸਾਬੋ, ਸੂਬਾ ਸਿੰਘ ਬਾਦਲ ਨੂੰ ਹਲਕਾ ਜੈਤ ਤੋਂ, ਮਨਤਾਰ ਸਿੰਘ ਬਰਾੜ ਨੂੰ ਕੋਟਕਪੂਰਾ ਤੋਂ ਤੇ ਕਮਲਜੀਤ ਰੋਜੀ ਬਰਕੰਦੀ ਨੂੰ ਹਲਕਾ ਸ੍ਰੀ ਮੁਕਤਸਰ ਸਾਹਿਬ ਤੇ ਪਰਮਬੰਸ ਬੰਟੀ ਰਮਾਣਾ ਨੂੰ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ, ਜਦੋਂ ਕਿ ਹਲਕਾ ਮੌੜ ਤੋਂ ਜਗਮੀਤ ਸਿੰਘ ਬਰਾੜ ਨਵੇਂ ਉਮੀਦਵਾਰ ਨੇ, ਜਦੋਂ ਕਿ ਬਾਕੀ ਉਮੀਦਵਾਰ 2017 ਦੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਐਲਾਨੇ ਗਏ ਹਲਕਿਆਂ ਤੋਂ ਚੋਣਾਂ ਲੜ ਚੁੱਕੇ ਨੇ। ਉਹ ਇਹਨਾਂ ਹਲਕਿਆਂ ਦੇ ਵਾਸਤੇ ਨਵੇਂ ਨਹੀਂ ਹੈ। ਜਗਮੀਤ ਸਿੰਘ ਬਰਾੜ ਨੂੰ ਛੱਡ ਕੇ ਜੋ ਮੌੜ ਤੋਂ ਉਮੀਦਵਾਰ ਉਤਾਰੇ ਗਏ ਨੇ। ਹਾਲਾਂਕਿ ਸਿਕੰਦਰ ਸਿੰਘ ਮਲੂਕਾ ਨਾਰਾਜ਼ ਹੈ ਤੇ ਉਹਨਾਂ ਨੂੰ ਕਿਉਂਕਿ ਹਲਕਾ ਮੌੜ ਤੋਂ ਇਹ ਦਾਅਵੇਦਾਰੀ ਸੀ ਜਿਹੜੀ ਉਹਨਾਂ ਦੀ ਖੁੱਸ ਗਈ ਹੈ ਜਿਹੜਾ ਜਗਮੀਤ ਸਿੰਘ ਬਰਾੜ ਨੂੰ ਦਿੱਤਾ ਗਿਆ। ਆਪਾਂ ਪਿਛਲੇ ਦਿਨੀ ਸੁਰਿੰਦਰ ਜੀ ਹੋਰਾਂ ਨਾਲ ਜ਼ਿਕਰ ਵੀ ਇਸ ਦਾ ਕੀਤਾ ਸੀ, ਪਰ ਪਾਰਟੀ ਹਾਈ ਕਮਾਂਡ ਵੱਲੋਂ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਜਿਹੜੀ ਦਾਅਵੇਦਾਰੀ ਨਜ਼ਰ ਅੰਦਾਜ਼ ਕਰਕੇ ਜਗਮੀਤ ਬਰਾੜ ਨੂੰ ਹਲਕਾ ਮੌੜ ਤੋਂ ਅਕਾਲੀ ਦਲ ਬਾਦਲ ਨੇ ਆਪਣਾ ਉਮੀਦਵਾਰ ਐਲਾਨਿਆ ਤੇ ਜਿਸ ਨਾਲ ਸਿਕੰਦਰ ਮਲੂਕਾ ਦੀ ਜਿਹੜੀ ਮੁਖਾਲਫਤ ਹੈ ਉਸ ਨੂੰ ਕੋਈ ਬਹੁਤੀ ਤਵੱਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਨਹੀਂ ਦਿੱਤੀ। ਇਸ ਤਰ੍ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਪਾਂ ਚਰਚਾ ਕਰਾਂਗੇ। ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ ਜਿਹੜੇ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ
ਤੇ ਉਹਨਾਂ ਨੇ ਪਿਛਲੇ ਦਿਨੀ ਕੁਝ ਬਿਆਨ ਦਿੱਤੇ ਸਨ, ਜਿਸ ਨੂੰ ਲੈ ਕੇ ਉਹਨਾਂ ਨੂੰ ਸੰਯੁਕਤ ਮੋਰਚੇ ਦੇ ਵੱਲੋਂ ਬਰਖਾਸਤ ਵੀ ਕੀਤਾ ਗਿਆ ਸੀ 15 ਦਿਨਾਂ ਦੇ ਵਾਸਤੇ। ਸੋ ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਸੁਰੱਖਿਆ ਫੋਰਸ ਮੁਹੱਈਆ ਕਰਾਈ ਗਈ ਹੈ ਤੇ ਪੰਜਾਬ ਪੁਲਿਸ ਦੇ ਜਵਾਨ ਸੁਰੱਖਿਆ ਦੇ ਵਾਸਤੇ ਰੁਲਦੂ ਸਿੰਘ ਮਾਨਸਾ ਦੇ ਨਾਲ ਘੁੰਮ ਰਹੇ ਨੇ, ਕਿਉਂਕਿ ਪਿਛਲੇ ਦਿਨੀ ਉਹਨਾਂ ਨੇ ਇੱਕ ਬਿਆਨ ਸਹਿਜ ਸੁਭਾਅ ਦਿੱਤਾ ਸੀ। ਹਾਲਾਂਕਿ ਉਹ ਬਿਆਨ ਦੇ ਵਿੱਚ ਉਹਨਾਂ ਨੇ ਕਿਸੇ ਦਾ ਜ਼ਿਕਰ ਨਹੀਂ ਸੀ ਕੀਤਾ, ਟੁੰਡੇ ਲਫ਼ਜ਼ ਦਾ ਜ਼ਿਕਰ ਕੀਤਾ ਸੀ। ਕਿਤੇ ਨਾ ਕਿਤੇ ਉਹਨਾਂ ਦਾ ਇਸ਼ਾਰਾ ਖਾਲਿਸਤਾਨ ਦੇ ਰਾਸ਼ਟਰਪਤੀ ਜਗਜੀਤ ਸਿੰਘ ਚੌਹਾਨ ਵੱਲ ਵੀ ਸੀ ਤੇ ਜਿਸ ਦੌਰਾਨ ਉਹਨਾਂ ਦੇ ਇਸ ਬਿਆਨ ਨੂੰ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਜੋੜ ਕੇ ਵਿਖਾ ਦਿੱਤਾ ਗਿਆ ਮੀਡੀਆ ਵੱਲੋਂ। ਇਸ ਮੁਤਲਕ ਸਿੱਖ ਹਲਕਿਆਂ ਦੇ ਵਿੱਚ ਉਹਨਾਂ ਦੇ ਖਿਲਾਫ ਕਾਫੀ ਨਾਰਾਜ਼ਗੀ ਸੀ ਤੇ ਕੁਝ ਗਰਮ ਖਿਆਲੀ ਵਿਚਾਰਧਾਰਾ ਵਾਲੇ ਲੋਕਾਂ ਨੇ ਰੁਲਦੂ ਸਿੰਘ ਮਾਨਸਾ ਦਾ ਵਿਰੋਧ ਵੀ ਕੀਤਾ ਸੀ ਕਿ ਉਹਨਾਂ ਨੇ ਸੰਤਾਂ ਦੀ ਨਿੰਦਾ ਕੀਤੀ ਹੈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਤੇ ਉਹਨਾਂ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਵੀ ਕਹੀਆਂ ਸਨ। ਜਿਸ ਤੋਂ ਬਾਅਦ ਭਾਵੇਂ ਸੰਯੁਕਤ ਮੋਰਚੇ ਨੇ ਇਸ ਤਕਰੀਰ ਤੋਂ ਬਾਅਦ 2 ਹਫ਼ਤਿਆਂ ਲਈ ਉਹਨਾਂ ਨੂੰ ਮੁਅੱਤਲ ਵੀ ਕਰ ਦਿੱਤਾ ਸੀ ਤੇ ਇਸ ਮੁਤਲਕ ਪੰਜਾਬ ਪੁਲਿਸ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਹੈ। ਸੋ ਮਾਨਸਾ ਪੁਲਿਸ ਦੇ 2 ਗਨਮੈਨ ਉਹਨਾਂ ਨੂੰ ਦਿੱਤੇ ਗਏ ਨੇ। ਦਿੱਲੀ ਸਥਿਤ ਉਹਨਾਂ ਦੇ ਕੈਂਪ ਦੇ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹਮਲਾ ਵੀ ਕੀਤਾ ਸੀ ਤੇ 2 ਲੋਕਾਂ ਨੂੰ ਜ਼ਖਮੀ ਵੀ ਕੀਤਾ ਸੀ ਜਿੱਥੇ ਰੁਲਦੂ ਸਿੰਘ ਮਾਨਸਾ ਠਹਿਰਦੇ ਸਨ। ਤੇ ਕਿਸਾਨ ਆਗੂ ਨੇ ਇਸ ਸੁਰੱਖਿਆ ਦੇ ਮਾਮਲੇ ਦੇ ਵਿੱਚ ਕਿਹਾ ਕਿ ਕਿਸਾਨ ਮੋਰਚੇ ਵੱਲੋਂ ਵੀ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਵੀ ਮੋਰਚੇ ਦੇ ਆਗੂ ਰਕੇਸ਼ ਟਕੈਤ ਨੇ ਵੀ ਸੁਰੱਖਿਆ ਲਈ ਹੋਈ ਹੈ। ਸੋ ਰੁਲਦੂ ਸਿੰਘ ਮਾਨਸਾ ਨੇ ਆਪਣੀ ਸੁਰੱਖਿਆ ਨੂੰ ਇਸ ਤਰ੍ਹਾਂ ਜਾਇਜ਼ ਠਹਿਰਾਇਆ। ਹਾਲਾਂਕਿ ਪਹਿਲਾਂ ਉਹ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਲੈਣ ਤੋਂ ਮੁਨਕਰ ਸਨ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਰਕੇਸ਼ ਅਸਤਾਨਾ ਨੂੰ ਦਿੱਲੀ ਪੁਲਿਸ ਕਮਿਸ਼ਨਰ ਵਜੋਂ ਨਿਯੁਕਤੀ ਦੇਣ ਦੇ ਵਾਸਤੇ ਜਿਹੜੀ ਉਜ਼ਰ ਕੀਤਾ ਗਿਆ ਸੀ, ਚੁਣੌਤੀ ਦਿੱਤੀ ਗਈ ਸੀ, ਉਸ ਤੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਭਾਰਤ ਸਰਕਾਰ ਨੇ ਰਕੇਸ਼ ਅਸਤਾਨਾ ਨੂੰ ਦਿੱਲੀ ਦਾ ਪੁਲਿਸ ਕਮਿਸ਼ਨਰ ਬਣਾਇਆ। ਜਿਸ ਜਨਹਿਤ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਨੇ ਰਕੇਸ਼ ਅਸਤਾਨਾ ਅਤੇ ਕੇਂਦਰ ਸਰਕਾਰ ਤੋਂ ਇਸ ਜਨਹਿਤ ਪਟੀਸ਼ਨ ਦੇ ਮੁਤਲਕ ਜਵਾਬ ਮੰਗਿਆ। ਵੈਸੇ ਮੈਂ ਅਕਸਰ ਜ਼ਿਕਰ ਕਰਦਾ ਹਾਂ ਕਿ ਅੱਜ ਕੱਲ੍ਹ ਬਲੱਡ ਪ੍ਰੈਸ਼ਰ ਹੀ ਇੰਨਾ ਕਿ ਬਲੱਡ ਤਾਂ ਹੈ ਨਹੀਂ, ਪ੍ਰੈਸ਼ਰ ਹੀ ਪ੍ਰੈਸ਼ਰ ਹੈ ਲੋਕਾਂ ਦੇ ਵਿੱਚ। ਸੋ ਦਿੱਲੀ ਦੇ ਵਿੱਚ ਆਰਡਰ ਦੇ ਵਿੱਚ ਖਾਣੇ ਦੇ ਆਰਡਰ ਦੀ ਹੋਈ ਦੇਰੀ ਤੋਂ ਬਾਅਦ ਇੱਕ ਡਿਲੀਵਰੀ ਬੁਆਏ ਨੇ ਰੈਸਟੋਰੈਂਟ ਦੇ ਮਾਲਕ ਨੂੰ ਗੋਲੀ ਮਾਰ ਦਿੱਤੀ ਹੈ। ਸਵਿਗੀ ਦੇ ਡਿਲੀਵਰੀ ਏਜੰਟ ਨੇ ਗ੍ਰੇਟਰ ਨੋਇਡਾ ਦੇ ਇਲਾਕੇ ਦੇ ਵਿੱਚ ਖਾਣੇ ਦੇ ਆਰਡਰ ਦੇ ਵਿੱਚ ਹੋਈ ਦੇਰੀ ਦੇ ਕਾਰਨ ਰੈਸਟੋਰੈਂਟ ਮਾਲਕ ਦੀ ਕਥਿਤ ਤੌਰ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਕੱਲ੍ਹ ਦੀਆਂ ਗੱਲਾਂ ਨੇ ਕਿ ਸਵਿਗੀ ਦੇ ਏਜੰਟ ਨੇ ਦੇਰ ਰਾਤ ਚਿਕਨ ਬਿਰਿਆਨੀ ਸਬਜ਼ੀ ਦੇ ਲਈ ਆਰਡਰ ਦੇਣ ਲਈ ਜਦੋਂ ਰੈਸਟੋਰੈਂਟ ਪਹੁੰਚਿਆ, ਬਿਰਿਆਨੀ ਸਮੇਂ ਤੇ ਤਿਆਰ ਸੀ ਪਰ ਦੂਜੇ ਆਰਡਰ ਨੂੰ ਦੇਰੀ ਲੱਗ ਗਈ ਸੀ, ਜਿਸ ਕਾਰਨ ਇਸ ਸਵਿਗੀ ਦੇ ਏਜੰਟ ਨੇ ਰੈਸਟੋਰੈਂਟ ਦੇ ਮੁਲਾਜ਼ਮਾਂ ਦੇ ਨਾਲ ਬਹਿਸ ਕੀਤੀ ਤੇ ਬਹਿਸ ਨੂੰ ਖਤਮ ਕਰਾਉਣ ਦੇ ਵਾਸਤੇ ਜਦੋਂ ਰੈਸਟੋਰੈਂਟ ਦਾ ਮਾਲਕ ਵਿੱਚ ਆਇਆ ਤਾਂ ਇਸ ਡਿਲੀਵਰੀ ਏਜੰਟ ਨੇ ਜੋ ਸਵਿਗੀ ਦੇ ਵਾਸਤੇ ਕੰਮ ਕਰਦਾ ਸੀ ਤੇ ਉਸ ਨੇ ਇਸ ਰੈਸਟੋਰੈਂਟ ਦੇ ਮਾਲਕ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਰੈਸਟੋਰੈਂਟ ਮਾਲਕ ਸੁਨੀਲ ਅਗਰਵਾਲ ਦੀ ਮੌਕੇ ਤੇ ਮੌਤ ਹੋ ਗਈ ਤੇ ਇਸ ਸਵਿਗੀ ਦੇ ਏਜੰਟ ਦੀ ਭਾਲ ਕੀਤੀ ਜਾ ਰਹੀ ਹੈ ਜਿਹੜਾ ਉਸ ਰੈਸਟੋਰੈਂਟ ਮਾਲਕ ਨੂੰ ਉਸ ਦਾ ਆਰਡਰ ਦੇਰੀ ਨਾਲ ਦੇਣ ਦੀ ਬਿਨਾਹ ਤੇ ਗੋਲੀ ਮਾਰ ਕੇ ਫਰਾਰ ਹੋ ਗਿਆ। ਸੋ ਇਹ ਜਿਸ ਤਰ੍ਹਾਂ ਦਾ ਟ੍ਰੈਂਡ ਹੋ ਗਿਆ ਕਾਲ ਹੈ ਨਾ, ਉਹਨਾਂ ਦਾ ਆਪਣਾ ਟਾਰਗੇਟ ਹੁੰਦਾ ਜਿਸ ਤਰ੍ਹਾਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਜਾਂ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿ ਸਾਡਾ ਕਿਤੇ ਆਰਡਰ ਪਿੱਛੇ ਨਾ ਰਹਿ ਜਾਵੇ, ਸਮੇਂ ਤੇ ਪਹੁੰਚੇ ਅਗਲਾ ਟਿਪ ਦੇਵੇ। ਆਪ ਪੰਜਾਬ 'ਚ ਵੀ ਗੁਰੂ ਹਰਸਹਾਏ 'ਚ ਪਿਛਲੇ ਦਿਨੀ ਵਾਪਰਿਆ ਸੀ ਕਿ ਰੋਟੀ ਠੰਡੀ ਹੋਣ ਦੀ ਬਿਨਾਹ ਤੇ ਗੋਲੀਆਂ ਚੱਲੀਆਂ, ਇੱਕ ਵਿਅਕਤੀ ਦੀ ਜਾਨ ਗਈ ਤੇ ਇੱਕ ਔਰਤ ਗੰਭੀਰ ਜ਼ਖਮੀ ਹੈ। ਸੋ ਸਹਿਣਸ਼ੀਲਤਾ ਜਾਂ ਪੇਸ਼ੈਂਸ ਦਾ ਜਿਹੜਾ ਲੈਵਲ ਹੈ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ। ਸੋ ਇਸ ਕਰਕੇ ਇਹ ਜਿਹੜੀ ਬੇਲੋੜੀ ਕਾਲ ਹੈ ਇਹ ਜ਼ਿੰਦਗੀ ਦੇ ਵਿੱਚ ਕਾਲ ਬਣਦੀ ਹੈ। ਦੋਸਤੋ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ ਤੇ ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ, ਉਹ ਹੈ ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਿਲ ਐਗਜ਼ਿਟ 278 ਤੇ। ਇੱਥੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਿਲ ਐਗਜ਼ਿਟ 278। ਇਸ ਤੋਂ ਇਲਾਵਾ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀ ਦਾ ਕਾਰੋਬਾਰ ਹੈ। ਸੋ ਗੈਸ ਸਟੇਸ਼ਨ ਓਨਰ ਆਪਰੇਟਰ ਵੀਰ ਇਹਨਾਂ ਤੋਂ ਫਿਊਲ ਫਰੈਂਚਾਈਜ਼, ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ
425 232 84 13 425 232 8413। ਇਸੇ ਤਰ੍ਹਾਂ US ਤੋਂ ਬਾਈ ਸੁੱਖੀ ਘੁੰਮਣ ਬੇਕਰਸਫੀਲਡ ਦੇ ਵਿੱਚ ਹੈ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਨਾਲ ਬਣਿਆ ਇੰਡੀਅਨ ਰੈਸਟੋਰੈਂਟ, ਜਿਹੜਾ ਦੇਸੀ ਘਿਓ ਦੇ ਪਰੌਂਠੇ ਬਹੁਤ ਲਜ਼ੀਜ਼ ਦਹੀਂ ਨਾਲ ਛਕਾਉਂਦੇ ਨੇ ਤੇ ਹੋਰ ਉੱਥੇ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਮਾਣ ਸਕਦੇ ਹੋ। ਇਹ ਉਸੇ ਜਗ੍ਹਾ ਤੇ ਹੈ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਯੂਨੀਅਨ ਵਿਲੇਜ ਟਰੱਕ ਸਟਾਪ ਦਾ ਐਡਰੈਸ ਹੈ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦੇ ਇਹ ਕਾਰੋਬਾਰ ਹੈ, ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ, ਜਿਨ੍ਹਾਂ ਦਾ ਫੋਨ ਨੰਬਰ ਹੈ 661 304 7500 661 304 7500। ਇਸੇ ਤਰ੍ਹਾਂ ਅਮਰੀਕਾ ਦੇ ਸਿਆਟਲ ਇਲਾਕੇ ਦੇ ਵਿੱਚ ਲੋਕਲ ਲੋਡ ਚਾਹੀਦੇ ਨੇ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸੰਪਰਕ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲੇ ਨਾਲ, ਜਿਨ੍ਹਾਂ ਨੂੰ ਓਨਰ ਆਪਰੇਟਰ ਤੇ ਡਰਾਈਵਰਾਂ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ। ਸਿਆਟਲ ਇਲਾਕੇ ਦੇ ਵਾਧੂ ਲੋਡ ਇਹਨਾਂ ਕੋਲ ਨੇ ਤੇ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਨੂੰ ਕਾਲ ਕਰੋ 253 266 6924 253 266 6924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206 354 4060। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਵੀ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੰਮ ਹੈ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਤਾਂ ਇਮੀਗ੍ਰੇਸ਼ਨ ਦੇ ਇਸ ਪੇਪਰ ਫਾਈਲਿੰਗ ਦੇ ਵਾਸਤੇ ਤੁਸੀਂ ਕਾਲ ਕਰੋ। ਤਰਸੇਮ ਸਿੰਘ ਗਿੱਲ CPA, ਅਮਰੀਕਾ ਦੇ ਪੜ੍ਹੇ ਲਿਖੇ ਨੇ, ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਤਰਸੇਮ ਸਿੰਘ ਗਿੱਲ CPA ਦਾ ਨੰਬਰ ਹੈ 484 764 9861 484 764 9861। ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਓ, ਲਾਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਓਪਰਾ ਮਰਦ। ਦੀਪੂ ਹਰ ਸ਼ਾਮ ਮੰਜੇ ਡਾਉਂਦੀ ਤਾਂ ਉਹਨੂੰ ਲੱਗਦਾ ਹੈ ਕਿ ਜਿਵੇਂ ਉਹ ਆਪਣੀ ਬਾਹੀ ਕਿਸੇ ਓਪਰੇ ਮਰਦ ਦੀ ਬਾਹੀ ਨਾਲ ਜੋੜ ਰਹੀ ਹੋਵੇ ਤੇ ਉਹਨੂੰ ਕਚਿਆਣ ਜਿਹੀ ਦੀ ਧੁੜ ਧੜੀ ਆ ਜਾਂਦੀ। ਹਰਚੰਦ ਨਾਲ ਦੀਪੂ ਦਾ ਵਿਆਹ ਹੋਇਆ 6 ਮਹੀਨੇ ਬੀਤ ਗਏ। 6 ਮਹੀਨਿਆਂ ਦੇ ਵਿੱਚੋਂ ਕੁਝ ਸਮਾਂ ਉਹ ਪੇਕੀ ਵੀ ਲਾ ਆਈ ਸੀ ਤੇ ਜਦੋਂ ਉਹ ਸਹੁਰੀ ਹੁੰਦੀ ਹਰ ਸ਼ਾਮ ਮੰਜੇ ਡਾਉਂਦੀ ਤੇ ਹਰ ਸ਼ਾਮ ਨੂੰ ਹੀ ਉਸ ਨੂੰ ਇਹ ਕੌੜਾ ਕਸੈਲਾ ਅਨੁਭਵ ਹੁੰਦਾ ਕਿ ਜਿਵੇਂ ਉਹ ਕਿਸੇ ਓਪਰੇ ਮਰਦ ਦੀ ਬਾਹੀ ਨਾਲ ਬਾਹੀ ਜੋੜ ਕੇ ਆਪਣਾ ਮੰਜਾ ਡਾਹ ਰਹੀ ਹੋਵੇ। ਦੀਪੂ ਤੇ ਉਸ ਦੀਆਂ ਸਹੇਲੀਆਂ ਵੱਲੋਂ ਉਸ ਨੂੰ ਵਿਖਾਇਆ ਗਿਆ ਪ੍ਰਾਹੁਣਾ ਯਾਦ ਆ ਜਾਂਦਾ। ਦੀਪੂ ਦੇ ਸਗਨ ਪਾਉਣ ਦੇ ਪਿੱਛੋਂ ਸਾਰੇ ਆਂਢ ਗੁਆਂਢ ਨੂੰ ਪਤਾ ਲੱਗ ਗਿਆ ਸੀ ਕਿ ਉਹਦਾ ਮੰਗੇਤਰ ਪੜ੍ਹਦਾ ਹੈ ਤੇ ਜਦੋਂ ਦੀਪੂ ਦੇ ਪਿਓ ਨੇ ਚਾਂਦੀ ਦੇ 11 ਰੁਪਏ ਝੋਲੀ ਵਿੱਚ ਪਾ ਦਿੱਤੇ ਤੇ ਉਸ ਮੁੰਡੇ ਦੇ ਬੁੱਲਾਂ ਨੂੰ ਮਿਸ਼ਰੀ ਸੁਹਾ ਕੇ ਉਸ ਦਾ ਮੋਢਾ ਪਲੋਸਿਆ ਸੀ ਤਾਂ ਉਹ 7ਵੀਂ 'ਚ ਪੜ੍ਹਦਾ ਸੀ। ਉਹਨਾਂ ਗੱਲਾਂ ਨੂੰ 3 ਵਰ੍ਹੇ ਬੀਤ ਗਏ ਸਨ ਤੇ ਦੀਪੂ ਦੀਆਂ ਸਹੇਲੀਆਂ ਉਹਦਾ ਪੜ੍ਹਿਆ ਲਿਖਿਆ ਹੋਣ ਵਾਲਾ ਪਤੀ ਯਾਦ ਕਰਵਾ ਕੇ ਉਹਨੂੰ ਵਾਰ-ਵਾਰ ਛੇੜਦੀਆਂ ਤੇ ਇੱਕ ਆਖਦੀ, ਨਹੀਂ ਹੁਣ ਤੇ ਤੇਰਾ ਲੱਗਦਾ 10ਵੀਂ 'ਚ ਹੋ ਗਿਆ ਹੋਣਾ, ਤੇ ਦੂਜੀ ਆਖਦੀ, ਲੈ ਹੁਣ ਤਾਂ ਇਹਦਾ ਪੜ੍ਹਿਆ ਲਿਖਿਆ ਪਤੀ ਪਟਵਾਰੀ ਬਣੂ ਤੇ ਆਪਣੀ ਦੀਪੋ ਬਣੂਗੀ ਪਟਵਾਰਨ, ਤੇ ਤੀਜੀ ਆਖਦੀ, ਅੱਖ ਪਟਵਾਰਨ ਦੀ ਇੱਲ ਦੇ ਆਲਣੇ ਆਂਡਾ। ਤੇ ਇਸ ਤਰ੍ਹਾਂ ਸਾਰੀਆਂ ਦੀਪੋ ਨੂੰ ਉਸਦੇ ਪ੍ਰਾਹੁਣੇ ਦੇ ਬਾਰੇ ਛੇੜਦੀਆਂ ਰਹਿੰਦੀਆਂ ਤੇ ਸਾਰੀਆਂ ਖੜਖੜਾ ਕੇ ਹੱਸ ਪੈਂਦੀਆਂ ਤੇ ਦੀਪੋ ਰਾਤਾਂ ਨੂੰ ਜਾਗਦੀ ਸੁਪਨੇ ਲੈਂਦੀ ਰਹਿੰਦੀ ਜੇ ਹਰਚੰਦ 10 ਪੜ੍ਹ ਕੇ ਕਿਤੇ ਨੌਕਰ ਹੋ ਜਾਵੇ ਤੇ ਉਹ ਦੋਵੇਂ ਰਿਹਾ ਕਰਨ, ਨਾ ਕੋਈ ਜੀ ਜੰਜਾਲ ਨਾ ਕੋਈ ਝਮੇਲਾ, ਮੌਜਾਂ ਕਰਨ ਦੋਏ ਜੀ, ਪੀਂਘ ਝੁਟੇਂਦੇ 2 ਜਣੇ ਤੇ ਦੋਵੇਂ ਮਰਜ਼ੀ ਨਾਲ ਸੌਣ ਮਰਜ਼ੀ ਨਾਲ ਜਾਗਣ, ਨਾ ਕਿਸੇ ਦੀ ਹੈ ਨਾ ਖਹਿ ਸੱਸ ਨਾ ਨਨਾਣ, ਮੈਂ ਆਪੋਂ ਪ੍ਰਧਾਨ। ਇਸ ਤਰ੍ਹਾਂ ਦੇ ਸੁਪਨੇ ਸਿਰਜਦੀ ਰਹਿੰਦੀ। ਕਦੇ ਕਦੇ ਉਹ ਟਿੱਕੀ ਰਾਤ ਅੱਖ ਖੋਲ੍ਹ ਕੇ ਅੰਬਰ ਦੇ ਚੰਦ ਵੱਲ ਵੇਖਣ ਲੱਗਦੀ ਤਾਂ ਹਰਚੰਦ ਦੇ ਨਕਸ਼ਾਂ ਨੂੰ ਚਿਤਵਦੀ। ਕਦੇ ਉਹ ਅੱਖਾਂ ਬੰਦ ਕਰ ਲੈਂਦੀ ਤੇ ਉਸੇ ਦੀ ਕਲਪਨਾ ਕਰਦੀ ਰਹਿੰਦੀ। ਹਰਚੰਦ ਸਿੰਘ ਕੋਲ ਜ਼ਮੀਨ ਚੰਗੀ ਸੀ। ਉਹਦਾ ਇੱਕ ਹੋਰ ਭਰਾ ਸੀ ਜੋ ਉਸ ਤੋਂ ਛੋਟਾ ਸੀ ਤੇ ਦੋਵਾਂ ਨੂੰ 30 ਘੁਮਾਂ ਵਧੀਆ ਧਰਤੀ ਆਉਂਦੀ ਸੀ ਤੇ ਮਾਂ ਪਿਓ ਦੋਵਾਂ ਦੇ ਜਿਉਂਦੇ ਸਨ। ਤੇ ਜਦੋਂ ਦੀਪੋ ਦੇ ਪਿਓ ਨੇ ਉਸ ਦਾ ਰਿਸ਼ਤਾ ਪੱਕਾ ਕੀਤਾ ਸੀ, ਉਸ ਨੂੰ ਹਰਚੰਦ ਦੀ ਪੜ੍ਹਾਈ ਦੇ ਨਾਲ ਕੋਈ ਮਤਲਬ ਨਹੀਂ ਸੀ। ਉਸਨੇ ਤਾਂ ਵੇਖਿਆ ਸੀ ਮੁੰਡਾ ਸੋਹਣਾ, ਘਰ ਵਧੀਆ, ਜ਼ਮੀਨ ਚੰਗੀ ਹੈ, ਛੋਟੀ ਜਿਹੀ ਟੱਬਰੀ ਹੈ। ਖੁਦ ਉਹ ਆਪਣਾ ਸਾਰਾ ਟੱਬਰ ਅਨਪੜ੍ਹ ਸੀ ਤੇ ਉਹ ਉਸੇ ਤਰ੍ਹਾਂ ਸੋਚਦਾ ਸੀ ਜਿਵੇਂ ਅੱਜ ਦੇ ਮੁੰਡੇ, ਜਿਸ ਮੁੰਡੇ ਨੂੰ ਅੱਜ ਕੱਲ੍ਹ ਦੇ ਜ਼ਮਾਨੇ 'ਚ 30 ਘੁਮਾਂ ਜ਼ਮੀਨ ਆਉਂਦੀ ਹੋਵੇ, ਉਹਨੂੰ ਪੜ੍ਹਨ ਦੀ ਕੀ ਲੋੜ, ਪੜ੍ਹ ਕੇ ਕੀ ਕਮਾਈ ਕਰੇਗਾ। ਸਾਰੇ ਸਾਲ ਦੀ ਨੌਕਰੀ ਜਿੰਨੀ ਰਕਮ ਤਾਂ 1 ਏਕੜ ਦੇ ਨਰਮੇ 'ਚੋਂ ਨਿਕਲ ਆਉਂਦੀ ਹੈ।
ਇਹ ਤਾਂ ਰਿਸ਼ਤੇ ਦੀ ਗੱਲ ਕਰਦੇ ਐਵੇਂ ਗੱਲਾਂ 'ਚੋਂ ਗੱਲ ਨਿਕਲ ਪਈ ਕਿ ਮੁੰਡਾ 7ਵੀਂ 'ਚ ਪੜ੍ਹਦਾ ਤੇ ਹੌਲੀ-ਹੌਲੀ ਗੱਲ ਦੀਪੋ ਤੇ ਉਸਦੀਆਂ ਸਖੀਆਂ ਸਹੇਲੀਆਂ ਤੱਕ ਪੁੱਜੀ। ਦੀਪੋ ਦੀ ਜੰਝ ਆਈ, ਉਹ ਤਾਰਾ ਪੱਕੀ ਧਰਮਸ਼ਾਲਾ 'ਚ ਕਰ ਦਿੱਤਾ ਗਿਆ। ਰੁੱਤ ਗਰਮੀ ਦੀ ਸੀ। ਜਾਂਝੀਆਂ ਨੇ ਪੱਗਾਂ ਅਤੇ ਕਮੀਜ਼ਾਂ ਲਾ ਕੇ ਕਿੱਲੀਆਂ ਤੇ ਟੰਗ ਦਿੱਤੀਆਂ ਤੇ ਗਰਮੀ ਦੇ ਮਾਰੇ ਉਹ ਪੱਖੀਆਂ ਝੱਲਣ ਲੱਗ ਪਏ। ਕੁੜੀ ਵਾਲੇ ਭੱਜ ਕੇ ਚਾਹ ਦੀਆਂ ਵਲਟੋਈਆਂ ਤੇ ਠੰਡਿਆਈ ਦੀਆਂ ਬਾਲਟੀਆਂ ਲੈ ਆਏ ਤੇ ਲਾਗੀਆਂ ਨੇ ਨਲਕੇ ਦੇ ਵਿੱਚੋਂ ਤੌੜੇ ਭਰ ਕੇ ਧਰਮਸ਼ਾਲਾ ਦੇ ਇੱਕ ਪਾਸੇ ਬਸੇ ਬਣੇ ਗੁਸਲਖਾਨੇ ਕੋਲ ਕੜਾਹਾ ਪਾਣੀ ਨਾਲ ਭਰਨਾ ਸ਼ੁਰੂ ਕਰ ਦਿੱਤਾ। ਬਹੁਤੀ ਗਰਮੀ ਮੰਨਣ ਵਾਲੇ ਨਹਾਉਣ ਧੋਣ ਲੱਗ ਪਏ। ਕੁਝ ਜਾਂਝੀਆਂ ਨੇ ਗਲਾਸਾਂ ਦੇ ਵਿੱਚ ਠੰਡਿਆਈ ਪਵਾ ਲਈ ਤੇ ਬਾਕੀਆਂ ਨੇ ਚਾਹ ਪਵਾ ਕੇ ਤਪੇ ਹੋਏ ਪਿੱਤਲ ਦੇ ਗਲਾਸ ਨੂੰ ਰੇਸ਼ਮੀ ਰੁਮਾਲਾਂ ਨਾਲ ਫੜ ਲਿਆ। ਫੂਕਾਂ ਮਾਰ-ਮਾਰ ਕੇ ਉਹ ਚਾਹਾਂ ਛਕਣ ਲੱਗੇ। ਚਾਹ ਪੀਣ ਵਾਲੇ ਆਖ ਰਹੇ ਸਨ ਕਿ ਜਿਹੜਾ ਮੁੜਕਾ ਆਉਣਾ ਇਕੱਠਾ ਹੀ ਆ ਜਾਵੇਗਾ, ਉਹ ਬਾਅਦ 'ਚ ਨਹਾਉਣਗੇ। ਧਰਮਸ਼ਾਲਾ ਦੀਆਂ ਬਾਰੀਆਂ ਪਿੱਛੇ ਵੀਹੀ ਵੱਲ ਖੁੱਲ੍ਹਦੀਆਂ ਸਨ। ਇੱਕ ਬਾਰੀ ਦੇ ਸਾਹਮਣੇ ਰੌਣਕੀ ਬਾਣੀ ਦੀ ਦੁਕਾਨ ਸੀ। ਦੁਕਾਨ ਉੱਤੇ ਵੱਡੇ ਦਰਵਾਜ਼ੇ ਵਾਲਿਆਂ ਦੀ ਪੋਤੀ ਕੋਈ ਸੌਦਾ ਲੈਣ ਆਈ ਸੀ। ਮੁੜਦੀ ਹੋਈ ਭੱਜੀ ਆਈ ਤੇ ਉਸਨੇ ਦੀਪੋ ਦੁਆਲੇ ਬੈਠੀਆਂ ਕੁੜੀਆਂ ਨੂੰ ਦੱਸਿਆ ਕਿ ਦੀਪੋ ਦੇ ਪ੍ਰਾਹੁਣੇ ਦਾ ਮੰਜਾ ਰੌਣਕੀ ਬਾਣੀ ਦੀ ਹੱਟੀ ਦੇ ਸਾਹਮਣੇ ਵਾਲੀ ਬਾਰੀ ਕੋਲ ਸੀ। ਤੈਨੂੰ ਕੀ ਪਛਾਣ ਹੈ? ਤੂੰ ਉਹਦੇ ਸਿਹਰੇ ਵੇਖੇ ਨੇ? ਇੱਕ ਸਿਆਣੀ ਕੁੜੀ ਨੇ ਪੋਤੀ ਨੂੰ ਪੁੱਛਿਆ। ਨਹੀਂ, ਪੜ੍ਹੇ ਲਿਖੇ ਹੋਏ ਸਿਹਰੇ ਕਿੱਥੇ ਬੰਨ੍ਹਦੇ ਨੇ? ਬਾਹਰਲੀ ਕੋਠੀ ਵਾਲਿਆਂ ਦੇ ਪ੍ਰਾਹੁਣੇ ਦੇ ਟੋਕਣ ਵੇਲੇ ਕਿੰਨੇ ਕੁ ਸਿਹਰੇ ਬੰਨੇ ਹੋਏ ਸੀ ਲਾੜੇ ਨੇ। ਉਹਦੇ ਗੁੱਟ ਉੱਤੇ ਸ਼ਗਨਾਂ ਦੀ ਪਹੁੰਚੀ ਹੈ। ਪੋਤੀ ਆਪਣੀ ਗੱਲ ਤੇ ਦਾਵਾ ਠੋਕਣ ਲੱਗੀ ਕਿ ਉਸਨੇ ਪ੍ਰਾਹੁਣਾ ਵੇਖਿਆ। ਲੈ ਸੁਣ ਲਓ ਇਹਦੀ ਗੱਲ। ਇਹਨੂੰ ਉਹਦੇ ਵਿੱਚੋਂ ਮੁਸ਼ਕ ਆ ਗਿਆ ਬਈ ਇਹ ਪ੍ਰਾਹੁਣਾ। ਪਹੁੰਚੀ ਜੇ ਕਿਸੇ ਹੋਰ ਨੇ ਬੰਨੀ ਹੋਵੇ। ਇੱਕ ਕੁੜੀ ਨੇ ਪੋਤੀ ਦੇ ਦਾਅਵੇ ਨੂੰ ਠੁਕਰਾਇਆ। ਨੀ ਉਹ ਪਾੜਾ ਹੈ, ਘੋਟਵੀਂ ਪੱਗ ਬੰਨੀ ਹੈ, ਸੋਹਣੇ ਸੋਹਣੇ ਲੀੜੇ ਪਾਏ ਨੇ, ਨਾਲੇ ਉਹਨੇ ਪਤਲੂਣ ਪਾਈ ਹੈ। ਮੈਨੂੰ ਪੱਕਾ ਯਕੀਨ ਹੈ ਕਿ ਉਹੀ ਦੀਪੂ ਦਾ ਲਾੜਾ ਹੈ ਤੇ ਹੱਥ ਵਿੱਚ ਰੇਸ਼ਮੀ ਰੁਮਾਲ ਹੈ, ਅੱਖਾਂ 'ਚ ਸੁਰਮਾ ਪਾਇਆ, ਬਾਰੀ ਸਾਹਮਣੇ ਖੜਾ ਸੀ। ਨੀ ਸਹੁੰ ਵੀਰ ਦੀ ਜਮਾ ਇਸੇ ਦਾ ਪ੍ਰਾਹੁਣਾ ਲੱਗਦਾ ਮੈਨੂੰ। ਤੇ ਪੋਤੀ ਵਿਚਾਰੀ ਨੇ ਆਪਣੀ ਅੰਤਮ ਦਲੀਲ ਦੀਪੂ ਦੀਆਂ ਸਹੇਲੀਆਂ ਅੱਗੇ ਰੱਖੀ। ਸਾਰੀਆਂ ਕੁੜੀਆਂ ਪੋਤੀ ਦੀ ਭੋਲੀ ਗੱਲ ਉੱਤੇ ਖਿੜਖਿੜ ਹੱਸਣ ਲੱਗ ਪਈਆਂ ਤੇ ਉਹਨਾਂ 'ਚੋਂ ਉੱਠਦਿਆਂ ਸ਼ਿੰਦੀ ਬੋਲੀ, ਨਹੀਂ ਮੈਂ ਪਤਾ ਕਰਕੇ ਆਉਣੀ ਆ ਸਾਰੀ ਗੱਲ ਦਾ। ਉਹ ਬਾਹਰ ਨਿਕਲੀ ਤਾਂ ਵੀਹੀ ਦੇ ਵਿੱਚ ਭਜਨਾ ਲਾਗੀ। ਘਰੋਂ ਕੋਈ ਚੀਜ਼ ਲੈਣ ਆ ਰਿਹਾ ਸੀ ਤੇ ਸ਼ਿੰਦੀ ਨੇ ਅੱਗਾ ਪਿੱਛਾ ਵੇਖਿਆ ਤੇ ਬੋਲੀ, ਚਾਚਾ ਇੱਕ ਗੱਲ ਦੱਸੀ। ਹਾਂ ਭਾਈ, ਭਜਨਾ ਬੋਲਿਆ। ਚਾਚਾ, ਜਾਨ ਦੇ ਵਿੱਚ ਪੜ੍ਹੇ ਲਿਖੇ ਕਿੰਨੇ ਕੁ ਬੰਦੇ ਨੇ? ਸ਼ਿੰਦੀ ਨੇ ਹੌਲੀ ਜਿਹੀ ਪੁੱਛਿਆ। ਪੜ੍ਹੇ ਹੋਏ ਕਿਹੜੇ ਆ ਭਾਈ? ਇੱਕ ਮੁੰਡਾ ਪੜ੍ਹਿਆ ਦਿਸਦਾ, ਬਾਕੀ ਤਾਂ ਸਾਰੇ ਠੂਠਾ ਅਨਪੜ੍ਹ ਨੇ। ਉਹ ਲੱਗਦਾ ਜਿਵੇਂ ਸਭ ਕਪਾਹਾਂ ਗੁੱਡਦੇ ਨਵੇਂ ਲੀੜੇ ਪਾ ਕੇ ਜੰਜ ਚੜ੍ਹ ਕੇ ਆ ਗਿਆ ਹੁਣ। ਭਜਨਾ ਹੱਸਦਾ ਇਹ ਗੱਲ ਕਹਿ ਕੇ ਗਾਂਹ ਤੁਰ ਗਿਆ ਤੇ ਸ਼ਿੰਦੀ ਵੀ ਭੱਜੀ ਆਈ। ਫੁੱਲੇ ਹੋਏ ਸਾਹ ਨਾਲ ਬੋਲੀ। ਨੀਵੇਂ ਭਜ ਨੇ ਚਾਚੇ ਤੋਂ ਪੁੱਛਿਆ ਕਿ ਜਨ ਦੇ ਵਿੱਚ ਪੜ੍ਹਿਆ ਲਿਖਿਆ ਹੋਰ ਹੈ ਨਹੀਂ ਕੋਈ, ਇੱਕੋ ਹੀ ਹੈ। ਪੋਤੀ ਵਿਚਾਰੀ ਦੀ ਗੱਲ ਸੱਚੀ ਹੈ, ਬਸ ਉਹੋ ਹੀ ਇਸ ਦਾ ਕੁਝ ਲੱਗਦਾ ਪੜ੍ਹਿਆ ਲਿਖਿਆ ਪਾੜਾ। ਕੁੜੀਆਂ ਬੈਠੀਆਂ ਹੱਸਦੀਆਂ ਰਹੀਆਂ ਦੀਪੂ ਨੂੰ ਤੇ ਇੱਕ ਦੂਸਰੇ ਨੂੰ ਟਿਚਰਾਂ ਵੀ ਕਰੀ ਜਾਣ। ਸਾਰੇ ਜਾਂਝੀ ਨਹਾ ਧੋ ਚੁੱਕੇ ਸਨ ਤੇ ਪਰਛਾਵੇਂ ਲੰਮੇ ਹੋ ਗਏ। ਧੀ ਵਾਲਿਆਂ ਨੇ ਮੰਜੇ ਧਰਮਸ਼ਾਲਾ ਦੇ ਛਿੜਕੇ ਹੋਏ ਵਿਹੜੇ ਦੇ ਵਿੱਚ ਡਾਹ ਦਿੱਤੇ। ਬੁੜੇ ਠੇਰੇ ਸਿਰ ਹੇਠਾਂ ਸਿਰਹਾਣਾ ਦੇ ਕੇ ਲੰਮੇ ਪੈ ਗਏ ਤੇ ਪਿਆਕਾਂ ਨੇ ਨਾਲ ਲਿਆਂਦੀਆਂ ਦੇਸੀ ਦਾਰੂ ਦੀਆਂ ਬੋਤਲਾਂ ਕੱਢ ਲਈਆਂ। ਕੋਈ ਵਿਹੜੇ ਦੇ ਵਿੱਚ ਬੈਠਾ ਬੋਤਲ ਦੀ ਕੰਗਣੀ ਤੋੜ ਰਿਹਾ ਸੀ, ਕੋਈ ਅੰਦਰ ਬੈਠਾ ਪੀ ਰਿਹਾ ਸੀ। ਜਿਹੜੇ ਨਾਲ ਨਹੀਂ ਲਿਆਏ ਸਨ ਉਹਨਾਂ ਨੇ ਧੂਮੇ ਚਾਦਰੇ ਬੰਨ੍ਹ ਕੇ ਸਿਰਾਂ ਉੱਤੇ ਹੱਥ ਧਰ ਕੇ ਉੱਚੇ ਫਰੇ ਛੱਡੇ ਹੋ ਕੇ ਪਿੰਡ ਵਿੱਚ ਕੋਈ ਠੇਕਾ ਪੁੱਛਦੇ ਪਛਾਉਂਦੇ ਬੋਤਲਾਂ ਲੈਣ ਤੁਰ ਗਏ ਤੇ ਉਹ ਇੱਕ ਦੂਜੇ ਨੂੰ ਆਖ ਰਹੇ ਸਨ, ਨਾਲੇ ਪਿੰਡ ਵੇਖ ਆਵਾਂਗੇ, ਚਲੋ ਨਾਲੇ ਬੋਤਲਾਂ ਲਿਆਵਾਂਗੇ। 7-8 ਕੁੜੀਆਂ ਰੌਣਕੀ ਬਾਣੀ ਦੀ ਹੱਟੀ ਤੇ ਆਈਆਂ। ਸਧਾਰਨ ਕੱਪੜਿਆਂ ਦੇ ਵਿੱਚ ਦੀਪੂ ਉਹਨਾਂ ਦੇ ਵਿਚਾਲੇ ਲੁਕੀ ਹੋਈ ਸੀ। ਦੂਜੀਆਂ ਸਾਰੀਆਂ ਕੁੜੀਆਂ ਨੇ ਉਹਦੇ ਆਲੇ ਦੁਆਲੇ ਝੁਰਮਟ ਜਿਹਾ ਪਾਇਆ ਹੋਇਆ ਸੀ ਤਾਂ ਜੋ ਵਿਆਹੁਤਾ ਲੜਕੀ ਦਾ ਪਤਾ ਨਾ ਲੱਗੇ, ਵਿਆਂਦੜ ਦਾ। ਆਓ ਭਾਈ, ਰੌਣਕੀ ਬਾਣੀ ਨੇ ਆਖਿਆ। ਤਾਇਆ ਮਹਿੰਦੀ ਲੈਣੀ ਆ, ਵਧੀਆ ਰੰਗਲੀ ਹੋਵੇ, ਗੂੜੇ ਰੰਗ ਦੀ, ਇੱਕ ਕੁੜੀ ਬੋਲੀ। ਰੌਣਕੀ ਨੇ ਵੇਖਿਆ ਕਿ ਸਾਰੀਆਂ ਕੁੜੀਆਂ ਦੀ ਨਿਗਾਹ ਧਰਮਸ਼ਾਲਾ ਵੱਲ ਸੀ। ਹੁਸ਼ਿਆਰ ਬਾਣੀਆਂ ਤਾੜ ਗਿਆ ਕਿ ਮਹਿੰਦੀ ਦਾ ਤਾਂ ਬਹਾਨਾ ਸੀ, ਇਹ ਕੁੜੀਆਂ ਜੰਜ ਵੇਖਣ ਆਈਆਂ ਨੇ। ਰੌਣਕੀ ਬੋਲਿਆ, ਭਾਈ ਕੁੜੀਓ, ਮੈਂ ਸ਼ਹਿਰੋਂ ਪੀਠੀ ਹੋਈ ਮਹਿੰਦੀ ਤਾਂ ਲਿਆਇਆ ਸੀ, ਪਰ ਮੈਂ ਸੋਚਿਆ ਤੀਆਂ 'ਚ ਅਜੇ ਚਿਹਰਾ ਹੈ, ਉਹ ਡੱਬਾ ਮੈਂ ਰੋਸ਼ਨਦਾਨ ਦੇ ਵਿੱਚ ਰੱਖ ਦਿੱਤਾ। ਤੁਸੀਂ 2 ਮਿੰਟ ਇੱਥੇ ਖੜੋ, ਮੈਂ ਅੰਦਰਲੇ ਘਰੋਂ ਪੌੜੀ ਲੈ ਕੇ ਆਉਣਾ ਤੇ ਫਿਰ ਮਹਿੰਦੀ ਲਾ ਕੇ ਦੇਣਾ। ਤੇ ਰੌਣਕੀ ਬਾਣੀਆਂ ਆਪਣੇ 5-6 ਸਾਲ ਦੇ ਪੁੱਤਰ ਨੂੰ ਹੱਟੀ ਤੇ ਬਿਠਾ ਕੇ ਪੌੜੀ ਲੈਣ ਘਰੇ ਤੁਰ ਗਿਆ। ਆਹ ਨੋਟ ਕਰ ਲੈ ਮਿੱਤਰਾਂ ਨੂੰ ਵੀ, ਹੱਟੀ ਤੋਂ ਹੀ ਲੈਚੀਆਂ ਫੜਾਇਓ। ਬਾਰੀ ਵਿੱਚੋਂ ਦੀਪੂ ਨੇ ਇੱਕ
ਪ੍ਰਾਹੁਣਾ ਹੱਥ ਵਿੱਚ ਨੋਟ ਫੜੀ ਖੜਾ ਵੇਖਿਆ ਤੇ ਇੱਕ ਕੁੜੀ ਨੇ ਦੂਸਰੀ ਨਾਲ ਘੁਸਰ ਮੁਸਰ ਕਰਦਿਆਂ, ਬੜਾ ਲੁੱਚਾ ਨਹੀਂ, ਇਹ ਭੋਰਾ ਨਹੀਂ ਸੰਘਦਾ। ਤੇ ਦੂਜੀ ਬੋਲੀ, ਪਾੜਾ ਕੀ ਸੰਗੂ, ਪੜੇ ਹੋਇਆਂ ਦੀ ਤਾਂ ਸੰਗ ਸ਼ਰਮ ਹੀ ਲੱਥੀ ਹੁੰਦੀ ਹੈ। ਵੇ ਤੂੰ ਸਾਰਾ ਨੋਟ ਖਰਚ ਕੇ ਕੀ ਕਰਨਾ, ਕੋਈ ਅਠਿਆਨੀ ਚੁਆਨੀ ਹੈ ਤਾਂ ਦੇ ਦੇ। ਸ਼ਿੰਦੀ ਨੇ ਉਸਨੂੰ ਟਿੱਚਰ ਕੀਤੀ, ਜਿਹੜਾ ਨੋਟ ਫੜਾ ਕੇ ਉਹਨਾਂ ਕੁੜੀਆਂ ਦੇ ਰਾਹੀਂ ਲੈਚੀਆਂ ਮੰਗ ਰਿਹਾ ਸੀ। ਸਾਡੇ ਪਿੰਡ ਅਠਿਆਨੀਆਂ ਚੁਆਨੀਆਂ ਨਹੀਂ ਹੁੰਦੀਆਂ, ਨੋਟ ਹੀ ਨੋਟ ਹੁੰਦੇ ਨੇ। ਤੇ ਉਸ ਪੜ੍ਹੇ ਲਿਖੇ ਜਾਂਝੀ ਨੇ ਅੱਖਾਂ ਦੇ ਵਿੱਚੋਂ ਫਿਰ ਮੁਸਕਰਾ ਕੇ ਜਵਾਬ ਉਹਨਾਂ ਕੁੜੀਆਂ ਨੂੰ ਦਿੱਤਾ। ਇੱਕ ਕੁੜੀ ਬੋਲੀ, ਸਿੱਟ ਦੇ ਬਾਹਰ। ਉਹ ਬੋਲਿਆ, ਉਰੇ ਹੋ ਕੇ ਲੈ ਲਓ, ਇਹਨੂੰ ਕੰਡੇ ਤਾਂ ਨਹੀਂ ਲੱਗੇ ਹੋਏ, ਲਓ ਫੜੋ। ਮੁੰਡਾ ਨੋਟ ਨੂੰ ਹੱਥ ਵਿੱਚ ਪਲੋਸਦਿਆਂ ਮੁਸਕਰਾਇਆ ਤੇ ਫਿਰ ਉਸਨੇ ਨੋਟ ਬਾਰੀ ਦੇ ਵਿੱਚੋਂ ਬਾਹਰ ਕੱਢ ਦਿੱਤਾ। ਸ਼ਿੰਦੀ ਨੇ ਝੁਬਟ ਮਾਰ ਕੇ ਨੋਟ ਖੋਲ੍ਹਿਆ ਤੇ ਬੋਲੀ, ਵੇ ਇਹ ਤਾਂ 1 ਰੁਪਈਏ ਦਾ ਨੋਟ ਹੈ। ਆਪਦੀ ਕਿਹੜੀ ਭੈਣ ਦਾ ਸਾਕ ਸਾਡੇ ਪਿੰਡ ਦੇ ਮੁੰਡਿਆਂ ਨੂੰ ਕਰੇਗਾ ਰੁਪਈਆ ਧਰ ਕੇ। ਤੇ ਸਾਰੀਆਂ ਕੁੜੀਆਂ ਖਿੜ ਕੇ ਉਸ ਜਾਂਝੀ ਦਾ ਮਖੌਲ ਉਡਾਉਣ ਲੱਗੀਆਂ। ਚਾਂਵਲੇ ਹੋਏ ਮੁੰਡੇ ਨੂੰ ਇੰਨੀ ਵੱਡੀ ਟਿੱਚਰ ਦੀ ਆਸ ਨਹੀਂ ਸੀ ਕਿ ਕੁੜੀਆਂ 1 ਰੁਪਈਏ ਦਾ ਮਤਲਬ ਰਿਸ਼ਤਾ ਕੱਢਣਗੀਆਂ। ਤੇ ਉਹ ਪੜ੍ਹਿਆ ਲਿਖਿਆ ਜਾਂਝੀ ਕੱਚਾ ਜਿਹਾ ਹੋ ਕੇ ਪਿੱਛੇ ਹਟ ਗਿਆ ਤੇ ਉਸਨੇ ਕਚਿਆਈ ਲਾਉਣ ਦਾ ਬਦਲਾ ਲੈਣ ਦੇ ਲਈ ਕੋਈ ਮੋੜ ਦਿੱਤਾ, ਪਰ ਉਹਦਾ ਜਵਾਬ ਕੁੜੀਆਂ ਦੇ ਹਾਸੇ ਦੇ ਵਿੱਚ ਹੀ ਦਬ ਕੇ ਰਹਿ ਗਿਆ। ਦੂਰੋਂ ਵੀਹੀ ਦੇ ਮੋੜ ਤੋਂ ਰੌਣਕੀ ਬਾਣੀ ਨੇ ਖੰਗੂਰਾ ਮਾਰਿਆ। ਸ਼ਿੰਦੀ ਕਾਹਲੀ ਦੇ ਨਾਲ ਬੋਲੀ, ਵੇ ਲੁੱਚਿਆ, ਸਾਡੇ ਪਿੰਡ ਲੈਚੀਆਂ ਨਹੀਂ ਹੁੰਦੀਆਂ, ਜੇ ਕਹੇ ਤਾਂ ਲੌਂਗ ਲੈ ਦਈਏ। ਤੇ ਉਹ ਜਾਂਝੀ ਬੋਲਿਆ, ਲੈਚੀਆਂ ਦੀ ਤਾਂ ਮੇਰੀਆਂ ਅੱਖਾਂ ਮੂਹਰੇ ਢੇਰੀ ਲੱਗੀ ਪਈ ਐ, ਤੂੰ ਕਹਿਨੀਆਂ ਮਿਲਦੀਆਂ ਨਹੀਂ। ਜੇ ਮਹਿੰਗੀਆਂ ਨੇ, ਸਹੁੰ ਗੁਰੂ ਦੀ ਮੁੱਲ ਤਾਰ ਨੂੰ ਤਿਆਰ ਹਾਂ। ਤੇ ਮੁੰਡਾ ਲੋਰ ਦੇ ਵਿੱਚ ਹੁੰਦਾ ਜਾਂਦਾ ਸੀ। ਸ਼ਿੰਦੀ ਨੇ ਆਖਿਆ, ਵੇ ਤੂੰ ਕੀ ਮੁੱਲ ਤਾਰੇਗਾ, ਵੱਡਾ ਵਪਾਰੀ, ਸ਼ਕਲ ਵੇਖ ਲੈ। ਤੇ ਉਹ ਜਾਂਝੀ ਬੋਲਿਆ, ਕਿਉਂ, 1 ਲੈਚੀ ਥੋੜੀ ਲੈ ਚੱਲੇ, ਹੌਲੀ ਹੌਲੀ ਹੋਰ ਲੈ ਜਾਵਾਂਗੇ। ਪਰ ਤੇਰੇ ਵਰਗੀ ਲੈਚੀ ਹੋਵੇ, ਮੈਂ ਤਾਂ ਆਪਣਾ ਆਪ ਵੇਚ ਦਿਆਂ। ਉਸ ਮੁੰਡੇ ਨੇ ਹੌਕਾ ਭਰਿਆ, ਮੈਂ ਤਾਂ ਸਾਰੀਆਂ ਤੋਂ ਵਧੀਆ ਲੈਚੀ ਆਂ, ਪਰ ਜੇ ਤੂੰ ਆਪਦਾ ਮੂੰਹ ਕਦੇ ਸ਼ੀਸ਼ੇ ਵਿੱਚ ਵੇਖਿਆ ਹੋਵੇ, ਅੱਜ ਵੇਖੀ। ਸ਼ਿੰਦੀ ਨੇ ਨੱਕ ਚੜਾਇਆ ਤੇ ਸਾਰੀਆਂ ਕੁੜੀਆਂ ਦੇ ਵਿੱਚ ਫਿਰ ਹਾਸੜ ਮੱਚ ਗਿਆ ਤੇ ਰੌਣਕੀ ਬਾਣੀਆਂ ਪੌੜੀ ਲੈ ਕੇ ਆ ਗਿਆ। ਬੋਲਿਆ, ਵੇਖੋ ਭਾਈ ਕੁੜੀਓ, ਪੌੜੀ ਨੰਗਾ ਲੈਣ ਦਿਓ, ਕਿੰਨੇ ਦੀ ਦੇਵਾਂ ਮਹਿੰਦੀ? 4 ਰੁਪਈਏ ਦੀ ਦੇ ਦੇ। ਸ਼ਿੰਦੀ ਨੇ ਮੁੰਡੇ ਵੱਲ ਵੇਖਦਿਆਂ ਉਸ ਮੁੰਡੇ ਤੋਂ ਖੋਇਆ ਹੋਇਆ ਨੋਟ ਰੌਣਕੀ ਬਾਣੀਆਂ ਨੂੰ ਫੜਾ ਦਿੱਤਾ। ਅੱਖਾਂ ਦੇ ਵਿੱਚ ਹੱਸਦੀਆਂ ਕੁੜੀਆਂ ਮਹਿੰਦੀ ਲੈ ਕੇ ਉਸ ਨੂੰ ਠੋਸੇ ਵਿਖਾ ਕੇ ਤੁਰ ਗਈਆਂ, ਜਿਹੜਾ ਉਹਨਾਂ ਕੁੜੀਆਂ ਨੂੰ 1 ਰੁਪਈਏ ਦਾ ਨੋਟ ਦੇ ਕੇ ਲੈਚੀਆਂ ਲੈਣ ਦੀ ਮਸ਼ਕਰੀ ਕਰ ਰਿਹਾ ਸੀ। ਦੀਪੂ ਤੇ ਉਸ ਦੀਆਂ ਸਹੇਲੀਆਂ ਧਰਮਸ਼ਾਲਾ ਤੋਂ ਅੱਗੇ ਜਾ ਕੇ ਮੋੜ ਕੇ ਉਸੇ ਭੀੜੀ ਜਿਹੀ ਤੇ ਸੁੰਨੀ ਜਿਹੀ ਵੀਹੀ ਪੈ ਗਈਆਂ, ਜਿਹੜੀ ਵਿੱਚੋਂ ਦੀ ਉਹ ਦੁਕਾਨ ਤੇ ਆਈਆਂ ਸਨ। ਇਹ ਗਲੀ ਦੀਪੂ ਦੇ ਘਰ ਦੇ ਪਿਛਲੇ ਪਾਸੇ ਉਹਦੇ ਤਾਏ ਦੇ ਘਰ ਵੱਲ ਨੂੰ ਜਾਂਦੀ ਸੀ। ਉਹਨਾਂ ਦੀ ਪੌੜੀ ਚੜ੍ਹ ਕੇ ਉਹ ਦੀਪੂ ਦੇ ਘਰੇ ਚਲੀਆਂ ਗਈਆਂ। ਇਸ ਤੰਗ ਵੀਹੀ ਦੇ ਅੱਗੇ ਪਿੱਛੇ ਕੋਈ ਨਹੀਂ ਸੀ। ਕੁੜੀਆਂ ਨੇ ਦੀਪੂ ਦੇ ਚੁੰਡੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ। ਕਿਉਂ ਨਹੀਂ ਵੇਖਿਆ ਆਪਦਾ ਪਟਵਾਰੀ ਕਿਵੇਂ ਲੁੱਤਰ ਲੈਚੀਆਂ ਭਾਲਦਾ ਸੀ, ਲੁੱਚਾ ਜਿਹਾ ਹੈ ਨਹੀਂ, ਮੇਰੀਆਂ ਵੱਖੀਆਂ ਕਿਉਂ ਖਾਣ ਲੱਗੀਆਂ? ਉਸ ਪਤੰਦਰ ਨਾਲ ਮੱਥਾ ਲਾਉਂਦੀਆਂ ਦੀਪੂ ਨੇ ਅੰਦਰੋਂ ਗਦਗਦ ਹੋ ਕੇ ਰੋਸ ਪ੍ਰਗਟਾਇਆ। ਲੈ ਨਹੀਂ, ਤੇਰੇ ਕੁਛ ਲੱਗਦੇ ਨੇ, ਤੇਰੀ ਖਾਤਰ ਰੁਪਈਆਂ ਦੀ ਮਹਿੰਦੀ ਭੇਜੀ ਹੈ। ਉਸੇ ਦੇ ਦਿੱਤੇ ਰੁਪਈਏ ਦੀ ਖਰੀਦੀ ਮਹਿੰਦੀ ਲੜਕੀਆਂ ਨੇ, ਉਹਨਾਂ ਕੁੜੀਆਂ ਨੇ ਦੀਪੂ ਦੇ ਹੱਥ ਤੇ ਰੱਖ ਦਿੱਤੀ। ਸ਼ਰਮ ਕਰੋ ਨਹੀਂ, ਅੱਧ ਪਚਾਦੀਆਂ ਤਾਂ ਲੈਚੀਆਂ ਲੈ ਦਿੰਦੀਆਂ ਆਪਣੇ ਖਸਮ ਨੂੰ, ਬਾਕੀ ਪੈਸਿਆਂ ਦੀ ਮਹਿੰਦੀ ਲੈ ਆਉਂਦੀਆਂ। ਦੀਪੂ ਨੇ ਜਾਣ ਬੁੱਝ ਕੇ ਉਹਨਾਂ ਕੁੜੀਆਂ ਨੂੰ ਛੇੜਨ ਲਈ ਆਖਿਆ। ਖਸਮ ਲੱਗਦਾ ਹੋ ਤੇਰਾ, ਸਾਡਾ ਤਾਂ ਸਾਲਾ ਲੱਗਦਾ। ਸ਼ਿੰਦੀ ਨੇ ਦੀਪੂ ਨੂੰ ਠੋਸਾ ਵਿਖਾਇਆ। ਹੈ ਨਹੀਂ, ਆਪਣੀ ਦੀਪੂ ਤਾਂ ਹੁਣੇ ਉਸ ਦੀ ਹੋ ਗਈ, ਹੁਣੇ ਤਾਂ ਉਸ ਦੇ ਰੁਪਈਏ ਦਾ ਫਿਕਰ ਕਰਨ ਲੱਗੀ ਹੈ। ਨਹੀਂ, ਆਪਦੇ ਘਰ ਨੂੰ ਨਵੀਂ ਸਿਆਣੀ ਹੋਈ ਹੈ। ਅੜਿਆ, ਇਹ ਤਾਂ ਪਹਿਲੀ ਵਾਰੀ ਉਸ ਪੜ੍ਹੇ ਲਿਖੇ ਪਾੜੇ ਤੇ ਮਰ ਮੁੱਕ ਗਈ ਤੇ ਸਾਡਾ ਦਹਾਕਿਆਂ ਦਾ ਸਾਥ ਭੁੱਲ ਗਈ। ਦੂਜੀ ਬੋਲੀ, ਨੀ ਚੰਦਰਾ ਸੋਹਣਾ ਵੀ ਕਿਹੜਾ ਥੋੜਾ ਹੈ। ਤੇ ਖਿੜਖਿੜ ਹੱਸਦੀਆਂ ਕੁੜੀਆਂ ਨੇ ਦੀਪੂ ਨੂੰ ਆਪਣੇ ਵਿਚਕਾਰ ਲੈ ਕੇ ਉਸ ਦੀ ਸੁਭਾਅ ਤੱਕ ਪਹੁੰਚ ਗਈਆਂ। ਕੁੜੇ ਕਿੱਧਰ ਗਈਆਂ ਸੀ? ਦੀਪੂ ਦੀ ਤਾਈ ਨੇ ਉਸ ਨੂੰ ਪੁੱਛਿਆ। ਤਾਈ ਜੰਗਲ ਪਾਣੀ ਗਈਆਂ ਸੀ। ਸ਼ਿੰਦੋ ਸਾਰਿਆਂ ਤੋਂ ਪਹਿਲਾਂ ਬੋਲ ਪਈ। ਗੱਲ ਦਾ ਮੋੜ ਮੌਕੇ ਸਿਰ ਉਸੇ ਨੂੰ ਕਰਨਾ ਆਉਂਦਾ ਸੀ। ਨਾਂ ਦੀ ਸ਼ਿੰਦੀ, ਸੁਭਾਅ ਦੀ ਵੀ ਸ਼ਿੰਦੀ ਸੀ। ਨਾ ਧੀਓ, ਸਾਰੇ ਪਿੰਡ ਵਿੱਚ ਜਾਨੀ ਫਿਰਦੇ ਆ, ਹੁਣ ਨਹੀਂ ਘਰਾਂ ਤੋਂ ਬਾਹਰ ਨਿਕਲਣਾ, ਅੰਦਰ ਬੈਠੋ, ਹੱਸੋ ਖੇਡੋ। ਉਸ ਬੁੜੀ ਨੇ ਮੱਤ ਦਿੱਤੀ। ਚੰਗਾ ਤਾਈ, ਸ਼ਿੰਦੋ ਨੇ ਆਗਿਆਕਾਰੀ ਬੀਬੋ ਬਣਦਿਆਂ ਆਖਿਆ। ਸਵੇਰ ਹੋਈ, ਭਾਈ ਜੀ ਨੇ ਸਾਜ ਸੁਰ ਕਰ ਲਏ।
ਕੁੜੀਆਂ ਦੀਪੂ ਨੂੰ ਤਿਆਰ ਕਰਨ ਲੱਗ ਪਈਆਂ। ਜਾਂਝੀ ਆਏ ਥਾਂ ਥਾਈਂ ਬੈਠ ਗਏ। ਲਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵਿਸ਼ੇ ਗਦੈਲੇ ਤੋਂ ਪਿੱਛੇ ਹਟ ਕੇ ਬੈਠਿਆ। ਕੁਝ ਦੇਰ ਪਿੱਛੋਂ ਭਾਈ ਬੋਲਿਆ, ਕਾਕਾ ਜੀ ਅੱਗੇ ਆ ਜਾਵੋ, ਨਾਲੇ ਬੀਬੀ ਨੂੰ ਲਿਆਵੋ। ਤਾਂ ਝੁੰਗਲ ਮਾਟਾ ਬਣੀ ਦੀਪੂ ਆਪਣੀ ਵੱਡੀ ਭੈਣ ਦੇ ਆਸਰੇ ਨਿੱਕੇ ਨਿੱਕੇ ਪੈਰ ਪੁੱਟਦੀ ਸਿਹਰਿਆਂ ਨਾਲ ਸਜੇ ਲਾੜੇ ਦੇ ਖੱਬੇ ਹੱਥ ਆ ਬੈਠੀ। ਚਾਦਰੇ ਵਿੱਚ ਲਪੇਟੀ ਦੀਪੂ ਨੂੰ ਕੋਈ ਪਤਾ ਹੀ ਨਾ ਲੱਗਿਆ ਕਿ ਕੁੜੀਆਂ ਪਰੇਸ਼ਾਨ ਸਨ। ਲੈਚੀਆਂ ਵਾਲਾ ਦੀਪੂ ਦਾ ਪ੍ਰਾਹੁਣਾ ਜਾਂਝੀਆਂ ਦੇ ਵਿੱਚ ਬੈਠਾ ਸੀ ਤੇ ਸਿਹਰੇ ਕਿਸੇ ਹੋਰ ਦੇ ਵੱਜੇ ਹੋਏ ਸਨ। ਪਰ ਦੀਪੂ ਨੂੰ ਕੁਝ ਨਹੀਂ ਸੀ ਦਿਸ ਰਿਹਾ, ਕਿਉਂਕਿ ਉਸ ਦਾ ਘੁੰਡ ਬਹੁਤ ਵੱਡਾ ਸੀ ਤੇ ਉਸ ਦੀਆਂ ਸਹੇਲੀਆਂ, ਖਾਸ ਕਰਕੇ ਸ਼ਿੰਦੀ, ਪਰੇਸ਼ਾਨ ਸੀ ਕਿ ਅਸੀਂ ਤਾਂ ਦੀਪੂ ਨੂੰ ਹੋਰ ਹੀ ਦੱਸੀ ਗਈਆਂ, ਇਹ ਲੈਚੀਆਂ ਵਾਲਾ ਤਾਂ ਹੋਰ ਹੈ, ਇਹਦਾ ਲਾੜਾ ਕੋਈ ਹੋਰ ਹੈ। ਤੇ ਆਨੰਦ ਕਾਰਜ ਪਿੱਛੋਂ ਲਾੜੇ ਨੂੰ ਅੰਦਰ ਬੁਲਾਇਆ ਗਿਆ। ਕੁੜੀਆਂ ਨੇ ਛੰਦ ਸੁਣਨ ਦੀ ਰਸਮ ਕਰਨੀ ਸੀ। ਹਰਚੰਦ ਆਪਣੇ ਨਾਲ 2 ਮੁੰਡੇ ਹੋਰ ਲੈ ਕੇ ਗਿਆ। ਉਹਨਾਂ ਦੇ ਵਿੱਚੋਂ ਇੱਕ ਕੁੜੀਆਂ ਦੇ ਤੋਂ ਲੈਚੀਆਂ ਮੰਗਣ ਵਾਲਾ ਵੀ ਸੀ, ਜਿਹਦੇ ਨਾਲ ਉਹ ਪਿਛਲੇ ਦਿਨੀ ਦੁਕਾਨ ਤੇ ਖਹਿਬੜ ਕੇ ਆਈਆਂ ਸਨ। ਦੀਪੂ ਨੇ ਕੁੜੀਆਂ ਦੀ ਓਟ ਦੇ ਵਿੱਚ ਲਾੜੇ ਵੱਲ ਵੇਖਿਆ ਤੇ ਫਿਰ ਆਪਣੀਆਂ ਸਹੇਲੀਆਂ ਵੱਲੋਂ ਵਿਖਾਏ ਗਏ ਪ੍ਰਾਹੁਣੇ ਵੱਲ, ਜੋ ਸਰਵਾਲਾ ਬਣ ਕੇ ਨਾਲ ਆਇਆ ਸੀ। ਹਰਚੰਦ ਭਾਵੇਂ ਸੋਹਣਾ ਗੱਭਰੂ ਸੀ, ਪਰ ਸਰਵਾਲੇ ਜਿੰਨਾ ਨਾ ਸੀ, ਪਰ ਦੀਪੂ ਦੇ ਅੰਦਰ ਕੁਝ ਜਗਦਾ ਬੁਝ ਗਿਆ। ਕੁੜੀਆਂ ਮੁੰਡੇ ਕਿੰਨਾ ਚਿਰ ਇੱਕ ਦੂਸਰੇ ਨੂੰ ਟਿਚਰਾ ਮਖੌਲ ਕਰਦੇ ਰਹੇ। ਪਿੱਛੋਂ ਕੁੜੀਆਂ ਨੇ ਪਤਾ ਕੀਤਾ ਕਿ ਇਹ ਸਰਵਾਲੇ ਦਾ ਨਾਂ ਰਣਧੀਰ ਸੀ, ਜੋ ਲੈਚੀਆਂ ਮੰਗਦਾ ਸੀ, ਤੇ ਇਹ ਲਾੜੇ ਹਰਚੰਦ ਦੇ ਮਾਮੇ ਦਾ ਪੁੱਤ ਸੀ। ਉਹ ਬਠਿੰਡੇ 12ਵੀਂ ਜਮਾਤ ਵਿੱਚ ਪੜ੍ਹਦਾ ਸੀ। ਹਰਚੰਦ ਵਿਚਾਰਾ ਤਾਂ ਮੰਗਣੇ ਤੋਂ ਪਿੱਛੋਂ 2 ਵਾਰ ਫੇਲ ਹੋ ਕੇ ਪੜ੍ਹਨੋਂ ਹਟ ਗਿਆ ਸੀ, ਜੋ ਦੀਪੂ ਦਾ ਘਰ ਵਾਲਾ ਸੀ। ਅਗਲੇ ਦਿਨ ਦੀਪੂ ਨੂੰ ਵਿਦਾ ਕੀਤਾ ਗਿਆ। ਤੀਜੇ ਦਿਨ ਉਹ ਵਾਪਸ ਜਦੋਂ ਪੇਕੇ ਮੁੜਦੀ ਗੱਡੀ, ਤੇ ਉਹਦੇ ਨਾਲ ਹਰਚੰਦ ਅਤੇ 4 ਬੰਦੇ ਹੋਰ ਸਨ। ਉਹ ਮੁਕਲਾਵਾਂ ਲੈਣ ਆਏ ਸਨ, ਪਰ ਉਹ ਲੈਚੀਆਂ ਵਾਲਾ ਰਣਧੀਰ ਜੋ ਸਰਵਾਲਾ ਬਣਿਆ ਸੀ ਉਹਨਾਂ ਦੇ ਨਾਲ ਨਹੀਂ ਸੀ। ਉਹਨੂੰ ਕਾਲਜ ਤੋਂ ਛੁੱਟੀ ਨਹੀਂ ਸੀ ਮਿਲੀ, ਉਹਦਾ ਕੋਈ ਇਮਤਿਹਾਨ ਸੀ। ਦੀਪੋ ਮੁਕਲਾਵੇ ਆਈ। ਦੀਪੋ ਸਾਰੀ ਵਸਣ ਰਸਣ ਲੱਗੀ। ਉਹ ਹੱਸਦੀ ਖੇਡਦੀ ਦਿਨ ਨੂੰ ਗੁਆਂਢ ਦੀਆਂ ਕੁੜੀਆਂ ਦੇ ਨਾਲ ਰਚੀ ਮੱਚੀ ਰਹਿੰਦੀ, ਪਰ ਜਦੋਂ ਡੂੰਘੀ ਆਥਣ ਹੁੰਦੀ, ਕੰਮ ਤੋਂ ਵਿਹਲੀ ਹੁੰਦੀ, ਤਾਂ ਉਹ ਆਪਣਾ ਤੇ ਆਪਣੇ ਪਤੀ ਪਰਮੇਸ਼ਰ ਦੇ ਮੰਜੇ ਡਾਹੁੰਦੀ। ਤਾਂ ਹਰ ਸ਼ਾਮ ਉਸ ਨੂੰ ਲੱਗਦਾ ਹੈ ਕਿ ਜਿਵੇਂ ਆਪਣੇ ਮੰਜੇ ਦੀ ਬਾਹੀ ਉਹ ਕਿਸੇ ਓਪਰੇ ਮਰਦ ਨਾਲ ਜੋੜ ਰਹੀ ਹੋਵੇ। ਉਸ ਨੂੰ ਮੱਲੋ ਮੱਲੀ ਉਹ ਪੜ੍ਹਿਆ ਲਿਖਿਆ ਲੈਚੀਆਂ ਵਾਲਾ ਰਣਧੀਰ ਚੇਤੇ ਆ ਜਾਂਦਾ। ਇੱਕ ਦਿਨ ਆਪਣੇ ਸਹੁਰੇ ਘਰ ਵਿਹਲੀ ਬੈਠੀ ਦੀਪੂ ਨੇ ਕਰੋਸ਼ੀਏ ਉੱਤੇ ਰੁਮਾਲ ਲਾਇਆ ਹੋਇਆ ਸੀ, ਜਾਣੀ ਕਿ ਕਰੋਸ਼ੀ ਨਾਲ ਉਹ ਰੁਮਾਲ ਕੱਢ ਰਹੀ ਸੀ। ਤੇ ਜਦੋਂ ਉਸਨੇ ਪਹਿਲੇ ਕੁੰਡੇ ਪਾਏ, ਪਤਾ ਨਹੀਂ ਕਿਉਂ ਉਸ ਨੂੰ ਉਹ ਰਣਧੀਰ ਚੇਤੇ ਆ ਗਿਆ ਤੇ ਉਸਨੇ ਆਪਣੇ ਆਪ ਨੂੰ ਝਿੜਕਿਆ ਕਿ ਰਣਧੀਰ ਉਹਦਾ ਕੀ ਲੱਗਦਾ ਹੈ। ਤੇ ਉਹ ਹਰਚੰਦ ਦੇ ਨਾਲ ਵਿਆਹੀ ਵਰੀ ਹੈ, ਗੁਰੂ ਮਹਾਰਾਜ ਦੇ ਸਾਹਮਣੇ ਲਾਵਾਂ ਲਈਆਂ ਨੇ। ਭਾਈ ਜੀ ਨੇ ਜਦੋਂ ਪਿੰਡ ਦੇ ਸਾਹਮਣੇ ਉਹਦੇ ਆਨੰਦ ਪੜ੍ਹੇ ਸੀ, ਤਾਂ ਹਰਚੰਦ ਨੇ ਮੋਢੇ ਉੱਤੇ ਰੱਖੇ ਤੌਲੀ ਦੇ ਲੜ ਨਾਲ ਉਹਦੇ ਪੱਲੇ ਦੀ ਗੰਢ ਪਾਈ ਸੀ ਤੇ ਮੇਰੀ ਬਾਂਹ ਨਾ ਛੱਡੀ ਵੇ ਸੱਜਣਾ, ਮੈਂ ਲੜ ਲਾਗੀ ਤੇਰੇ ਸ਼ਬਦ ਪੜ੍ਹਿਆ ਸੀ। ਸੰਦੂਖ ਦੇ ਵਿੱਚ ਸਾਂਭੇ ਪਏ ਉਸ ਤੌਲੀ ਦੇ ਲੜ ਉੱਤੇ ਪਈ ਮਰੋੜੀ ਅਜੇ ਵੀ ਉਵੇਂ ਕਾਇਮ ਸੀ। ਉਹ ਰਣਧੀਰ ਬਾਰੇ ਕਿਉਂ ਸੋਚੇ? ਇਸੇ ਤਰ੍ਹਾਂ ਉਹ ਗਿਣਤੀਆਂ ਮਿਣਤੀਆਂ ਦੇ ਵਿੱਚ ਪਈ ਰਹਿੰਦੀ। ਵਿਆਹ ਤੋਂ 6 ਮਹੀਨੇ ਮਗਰੋਂ ਇੱਕ ਦਿਨ ਰਣਧੀਰ ਆਪਣੀ ਭੂਆ ਦੇ ਪਿੰਡ, ਜਾਣੀ ਕਿ ਦੀਪੂ ਦੇ ਸਹੁਰੀ ਆਇਆ। ਹਰਚੰਦ ਅਤੇ ਉਹਦਾ ਛੋਟਾ ਭਾਈ ਮੱਖਣ ਮਸ਼ੀਨ ਤੇ ਚਾਰਾ ਕੁਤਰ ਰਹੇ ਸਨ ਤੇ ਦੀਪੂ ਚੁੱਲ੍ਹੇ ਤੇ ਬੈਠੀ ਰੋਟੀ ਟੁੱਕ ਦਾ ਆਹਰ ਕਰ ਰਹੀ ਸੀ। ਰਣਧੀਰ ਦੇ ਭੂਆ ਤੇ ਫੁੱਫੜ ਉਹਦੇ ਆਉਣ ਤੋਂ ਬਸ 1 ਘੰਟਾ ਪਹਿਲਾਂ ਹੀ ਨੇੜੇ ਦੇ ਕਿਸੇ ਪਿੰਡ ਗਏ ਸਨ ਤੇ ਮੂੰਹ ਮਲਾਜੇ ਵਾਲਾ ਕੋਈ ਬੰਦਾ ਬਿਮਾਰ ਸੀ ਤੇ ਉਹਦਾ ਪਤਾ ਲੈਣ ਗਏ ਸਨ। ਸ਼ਾਮ ਪੈ ਗਈ। ਸੀਰੀ ਤੇ ਮੱਖਣ ਰੋਟੀ ਖਾਣ ਪਿੱਛੋਂ ਰੋਜ਼ ਵਾਂਗ ਬਰਸ਼ੇ ਚੁੱਕ ਕੇ ਨਰਮੇ ਦੀ ਰਾਖੀ ਲੈਣ ਲਈ ਤੁਰ ਪਏ ਤੇ ਰਣਧੀਰ ਨੇ ਆਪਣਾ ਅਟੈਚੀ ਖੋਲ੍ਹਿਆ ਤੇ ਬਲੈਤੀ ਸ਼ਰਾਬ ਦੀ ਬੋਤਲ ਕੱਢ ਲਈ। ਸਵਾਤ ਵਿੱਚ ਬੈਠ ਕੇ ਉਹ ਤੇ ਹਰਚੰਦ ਪੀਣ ਲੱਗ ਪਏ। ਕੁਛ ਨਾਲ ਨੂੰ ਸਲੂਣਾ ਤੇ ਮੰਗਵਾ ਲੈ, ਰਣਧੀਰ ਨੇ ਗਲਾਸਾਂ 'ਚ ਸ਼ਰਾਬ ਪਾਉਂਦਿਆਂ ਆਖਿਆ। ਦੀਪੂ ਇੱਥੋਂ ਦਾਲ ਦੀ ਕੌਲੀ ਲਿਆਈ, ਨਾਲੇ ਚਮਚਾ ਲੈ ਆਈ। ਹਰਚੰਦ ਨੇ ਦੀਪੂ ਨੂੰ ਆਵਾਜ਼ ਮਾਰੀ। ਹੱਥ ਲੰਮਾ ਘੁੰਡ ਕੱਢਿਆ ਹੋਇਆ ਦੀਪੂ ਕਾਂਸੀ ਦੇ ਕਟੋਰ ਦੇ ਵਿੱਚ ਦਾਲ ਲੈ ਕੇ ਆਈ ਤੇ ਵਿੱਚ ਚਮਚਾ ਰੱਖਿਆ ਹੋਇਆ ਸੀ। ਵਾਹ ਬਈ ਵਾਹ ਹਰਚੰਦ, ਤੁਸੀਂ ਮੈਨੂੰ ਜੇਠ ਬਣਾਉਣ ਦੇ ਨਾਲੋਂ ਦੋਵੇਂ ਜੀ ਉਂਝ ਹੀ ਮੇਰੇ ਜੁੱਤੀਆਂ ਮਾਰ ਲਓ। ਭਾਈ ਬਾਈ ਹਰਚੰਦ ਤਾਂ ਮੈਥੋਂ 5 ਮਹੀਨੇ ਵੱਡਾ ਹੈ। ਮੈਥੋਂ ਘੁੰਡ ਦਾ ਕੀ ਕੰਮ? ਰਣਧੀਰ ਨੇ ਗਿੱਲਾ ਕੀਤਾ। ਦੀਪੂ ਚੁੱਪ ਰਹੀ, ਪਰ ਰਣਧੀਰ ਨੂੰ ਲੱਗਿਆ ਕਿ ਜਿਵੇਂ ਉਹ ਘੁੰਡ ਦੇ ਵਿੱਚੋਂ ਮੁਸਕਰਾ ਰਹੀ ਹੋਵੇ। ਹਰਚੰਦ ਨੇ ਵੀ ਸਿਫਾਰਿਸ਼ ਕਰ ਦਿੱਤੀ, ਦੀਪੂ ਰਣਧੀਰ ਤਾਂ ਸੱਚੀਓ ਮੈਥੋਂ 5 ਮਹੀਨੇ ਛੋਟਾ ਹੈ, ਘੁੰਡ ਚੱਕ ਦੇ, ਇਹ ਤੇਰਾ ਜੇਠ ਨਹੀਂ ਦਿਓਰ ਹੈ। ਤੇ ਹੁਣ ਇੱਕ ਵਾਰੀ ਜਦੋਂ ਕੱਢ ਹੀ ਲਿਆ, ਕਿਵੇਂ ਚੁੱਕ ਦਿਆਂ? ਦੀਪੂ ਨੇ ਹੌਲੀ ਜਿਹੇ ਬੋਲਿਆ। ਰਣਧੀਰ ਬਾਈ ਘੁੰਡ ਚੁਕਾਈ ਦੇ। ਹਰਚੰਦ ਹੱਸਿਆ।
रणधीर ने 100 ਦਾ ਨੋਟ ਬਟੂਏ 'ਚੋਂ ਕੱਢ ਕੇ ਆਖਿਆ, ਲੈ ਭਾਬੀ, ਆ ਤੇਰੇ ਚਰਨਾਂ ਦੇ ਵਿੱਚ। ਇੰਨਿਆਂ ਦਾ ਕੋਈ ਰਾਹ ਨਹੀਂ, ਕੋਈ ਛੋਟਾ ਨੋਟ ਦੇ ਦੇ। ਦੀਪੂ ਨੇ ਨੋਟ ਮੋੜ ਕੇ रणधीर ਵੱਲ ਕੀਤਾ। ਮੇਰੇ ਕੋਲ ਤਾਂ ਇਹਦੋਂ ਛੋਟਾ ਨੋਟ ਨਹੀਂ, ਨਾਲੇ ਤੇਰੀ ਮੂੰਹ ਵਿਖਾਈ ਦਾ ਭਾਬੀ ਇਹ ਕੋਈ ਬਹੁਤਾ ਨਹੀਂ, ਨਾਲੇ ਇੰਨੇ ਨਹੀਂ ਮੈਂ ਰੱਖਣੇ। ਆ ਤਾਂ ਘਰ ਆਏ ਦੇ ਲੀੜੇ ਲਾਉਣ ਵਾਲੀ ਗੱਲ ਹੈ, ਦੀਪੂ ਨੇ ਮੋੜਵਾਂ ਜਵਾਬ ਦਿੱਤਾ। रणधीर ਬੋਲਿਆ, ਨਹੀਂ ਭਾਬੀ ਤੂੰ ਰੱਖ ਲੈ, ਐਵੇਂ ਰੌਲਾ ਨਾ ਪਾ। ਚੱਲ ਹੁਣ ਤਾਂ ਚੱਕ, ਤੜਕੇ 5 ਰੁਪਏ ਰੱਖ ਕੇ ਬਾਕੀ ਮੋੜ ਦਵੀਂ। ਤੇ ਹਰਚੰਦ ਨੇ ਸਲਾਹ ਦਿੱਤੀ, ਐਵੇਂ ਕਿਉਂ ਵਾਧੂ ਰੌਲਾ ਪਾਇਆ, ਜਾ ਕੇ ਅਚਾਰ ਲਿਆ। ਦੀਪੋ ਰਸੋਈ ਦੇ ਵਿੱਚੋਂ ਅਚਾਰ ਲੈਣ ਗਈ ਤੇ ਜਦੋਂ ਮੁੜੀ ਉਸਨੇ ਘੁੰਡ ਨਹੀਂ ਸੀ ਕੱਢਿਆ ਹੋਇਆ। ਉਹਦੇ ਮੱਥੇ ਤੇ ਚਾਨਣ ਫੁੱਟ ਪੈ ਰਿਹਾ ਸੀ। ਸੋਹਣੀ ਕੁੜੀ ਤੇ ਨਵੀਂ ਵਿਆਹੀ, ਜਿਹਨੂੰ ਅਜੇ ਵਿਆਹੁਤਾ ਜੀਵਨ ਵਾਲਾ ਕੋਈ ਚਿੰਤਾ ਫਿਕਰ ਨਾ ਚਿੰਬੜਿਆ ਹੋਵੇ, ਬਸ ਮਰਦ ਦੀ ਛੋਹ ਹੀ ਮਿਲੀ ਹੋਵੇ, ਉਹਦੇ ਰੂਪ ਦੀ ਝਾਲ ਕੌਣ ਚੱਲੇ। रणधीर ਕੀਲਿਆ ਜਾ ਗਿਆ, ਉਤੋਂ ਅੰਗਰੇਜ਼ੀ ਸ਼ਰਾਬ ਦਾ ਨਸ਼ਾ। ਇੱਕ ਪਲ ਦੀਪੂ ਦੇ ਦਗਦਗ ਕਰਦੇ ਚਿਹਰੇ ਵੱਲ ਉਹ ਵੇਖਦਾ ਹੀ ਰਹਿ ਗਿਆ ਤੇ ਫਿਰ ਹਰਚੰਦ ਤੋਂ ਚਿਪ ਕੇ ਉਸ ਵੱਲੋਂ ਦੀਪੂ ਵੱਲੋਂ ਹਰਚੰਦ ਨੇ ਅੱਖਾਂ ਮੋੜੀਆਂ। ਚੰਦ ਬਾਈ ਬੜੇ ਭਾਗਾਂ ਵਾਲਾ, ਜਿਹਨੂੰ ਭਾਬੀ ਵਰਗੀ, ਇਹ ਕਹਿੰਦਿਆਂ ਚੁੱਪ ਕਰ ਗਿਆ। ਓਏ ਭਾਬੀ, ਐਵੇਂ ਮੇਰੇ ਸਿਰ ਨਾ ਚੜ ਜਾਈ। ਸੋਹਣੀ ਕਰਕੇ ਹਰਚੰਦ ਨੇ ਉਸ ਨੂੰ ਵਰਜਿਆ ਕਿ ਸੋਹਣੀ ਕਰਕੇ ਐਵੇਂ ਮੇਰੇ ਸਿਰ ਨਾ ਚੜਾ ਦੇਂ ਭਾਬੀ ਆਪਣੀ ਨੂੰ। ਤੇ ਉਹ ਤਿੰਨੋਂ ਠਾਕਾ ਮਾਰ ਕੇ ਹੱਸੇ। ਹਰਚੰਦ ਬੋਲਿਆ, ਤੂੰ ਸਿਰ ਚੜਾਉਣ ਦੀ ਗੱਲ ਕਰਦਾ? ਭਾਬੀ ਵਰਗੀ ਸੋਹਣੀ ਜੇ ਕੋਈ ਸਿਰ ਉੱਤੇ ਪੀੜਾ ਡਾਹ ਕੇ ਵੀ ਚੱਕੀ ਰੱਖਣੀ ਹੋਵੇ ਤਾਂ ਸਹੁੰ ਰੱਬ ਦੀ ਭੋਰਾ ਭਾਰ ਨਾ ਲੱਗੇ ਮੈਨੂੰ, रणधीर ਨੇ ਆਖਿਆ। ਹਰਚੰਦ ਅਤੇ ਉਹ ਹੱਸ ਪਏ ਤੇ ਦੀਪੋ ਨੇ ਸੰਗ ਕੇ ਨੀਵੀਂ ਪਾ ਲਈ। ਦੀਪੋ ਫਿਰ ਰਸੋਈ ਵੱਲ ਚਲੀ ਗਈ। ਹਰਚੰਦ ਉੱਠਿਆ ਤੇ ਬੋਲਿਆ, रणधीर 2 ਮਿੰਟ ਬੈਠ, ਮੈਂ ਇੱਕ ਵਾਰੀ ਪਸ਼ੂਆਂ ਨੂੰ ਥਾਂ ਵੇਖ ਆਵਾਂ, ਨਾਲੇ 2 ਟੋਕਰੇ ਚਾਰੇ ਦੇ ਸੁੱਟ ਆਵਾਂ ਉਹਨਾਂ ਦੇ ਮੂਹਰੇ ਬਾਹਰਲੀ ਹਵੇਲੀ। ਦੀਪੋ ਹਰਚੰਦ ਨੂੰ ਪਸ਼ੂਆਂ ਵਾਲੇ ਕੋਠੇ ਵੱਲ ਜਾਂਦਿਆਂ ਵੇਖ ਕੇ ਸਵਾਤ ਵਿੱਚ ਆਈ। ਸੰਦੂਕ ਖੋਲ ਕੇ ਉਸਨੇ ਕਰੋਸ਼ੀ ਨਾਲ ਬੁਣਿਆ ਹੋਇਆ ਰੁਮਾਲ ਕੱਢਿਆ ਤੇ ਹਰਚੰਦ ਦੇ ਪੱਟਾਂ ਉੱਤੇ ਰੱਖ ਕੇ ਬੋਲੀ, ਲੈ ਦਿਉਰਾ, ਤੈਨੂੰ ਮੂੰਹ ਵਿਖਾਉਣ ਦੇ ਨਾਲ ਨਿਸ਼ਾਨੀ, ਸਾਂਭ ਕੇ ਰੱਖੀ। ਭਾਬੀ, ਇਹ ਤੇਰੀ ਨਿਸ਼ਾਨੀ ਹੋਵੇ ਤਾਂ ਮੈਂ ਸਾਂਭ ਕੇ ਰੱਖਾਂ, ਸਾਂਭ ਕੇ ਨਾ ਰੱਖਾਂ। ਭਾਬੀ, ਇਹ ਤਾਂ ਮੇਰੀ ਹਿੱਕ ਨਾਲ ਹੀ ਰਿਹਾ ਕਰੂ। रणधीर ਨੇ ਉਸ ਰੁਮਾਲ ਨੂੰ ਬੁੱਲ੍ਹਾਂ ਨਾਲ ਲਾਇਆ ਤੇ ਤੈਅ ਕਰਕੇ ਜੇਬ ਦੇ ਵਿੱਚ ਸਾਂਭ ਲਿਆ। ਕਿੰਨੀ ਹੀ ਰਾਤ ਗਈ ਤੱਕ रणधीर ਤੇ ਹਰਚੰਦ ਪੀਂਦੇ ਰਹੇ। ਉਹਨਾਂ ਦੇ ਮੰਜਿਆਂ ਤੋਂ ਪਰੇ ਕਾਫੀ ਹਟਵਾਂ ਥੰਮੇ ਦੇ ਦੂਜੇ ਪਾਸੇ ਦੀਪੂ ਨੇ ਆਪਣਾ ਮੰਜਾ ਡਾਹ ਲਿਆ ਸੀ। ਉਹ ਵਿਹਲੀ ਬੈਠੀ ਹਰਚੰਦ ਦੇ ਸਵਾਟਰ ਦੀਆਂ ਸਲਾਈਆਂ ਪਾਉਣ ਲੱਗ ਪਈ। ਕਦੇ ਕਿਸੇ ਗੱਲ ਦੇ ਵਿੱਚ ਉਹਨਾਂ ਦਾ ਹੰਗਾਰਾ ਭਰ ਦਿੰਦੀ ਤੇ ਕਦੀ ਬਸ ਉਹਨਾਂ ਦੀ ਗੱਲ ਉੱਤੇ ਚੁੱਪ ਰਹਿ ਕੇ ਹੱਸ ਜਾਂ ਮੁਸਕਰਾ ਛੱਡਦੀ। ਹਰਚੰਦ ਨੇ ਹੁਣ ਤੱਕ ਘਰੇਲੂ ਦਸਤਕਾਰੀ ਦੀ ਰੂੜੀ ਮਾਰਕਾ ਦੇ ਵੱਧ ਤੋਂ ਵੱਧ ਜਾਂ ਖਾਸੇ ਦੀ ਬਣੀ ਥੋਕ ਵਾਲਿਆਂ ਦੀ ਧੱਕੇ ਚੜੀ ਸੰਤਰਾ ਦਾਰੂ ਹੀ ਪੀਤੀ ਸੀ, ਜੋ ਬਰੂਦ ਵਾਂਗ ਸਿਰ ਨੂੰ ਚੜ ਜਾਇਆ ਕਰਦੀ ਸੀ। ਤੇ ਵਿਸਕੀ ਨੇ ਉਹਨੂੰ ਅਨੋਖਾ ਜਿਹਾ ਹਲਾਰਾ ਤਾਂ ਜ਼ਰੂਰ ਦਿੱਤਾ, ਪਰ ਉਹ ਉਸ ਨੂੰ ਦੇਸੀ ਜਿੰਨੀ ਉਦੋਂ ਨਸ਼ੀਲੀ ਨਹੀਂ ਸੀ ਲੱਗ ਰਹੀ। रणधीर ਬਹੁਤੀ ਨਹੀਂ ਸੀ ਪੈਂਦਾ, ਪਰ ਥੋੜਾ ਜਿਹਾ ਪੱਗ ਲਾਉਂਦਾ ਸੀ। ਪਰ ਹਰਚੰਦ ਵਾਹਵਾ ਗਲਾਸ ਭਰ ਕੇ ਹਾੜੇ ਲਾਉਂਦਾ ਰਿਹਾ। ਬੋਤਲ ਦੇ ਵਿੱਚ ਤੀਜਾ ਕੁ ਹਿੱਸਾ ਸ਼ਰਾਬ ਰਹਿ ਗਈ ਸੀ ਤੇ ਹਰਚੰਦ ਨੂੰ ਧੀਮਾ ਨਸ਼ਾ ਚੜ੍ਹਦੇ ਦਾ ਪਤਾ ਵੀ ਨਾ ਲੱਗਿਆ ਤੇ ਉਹ ਗੱਲਾਂ ਕਰਦਾ ਬੈਠਾ ਇੱਕ ਕਬੂਤਰ ਵਾਂਗ ਅੱਖਾਂ ਮੀਚਣ ਲੱਗ ਪਿਆ। रणधीर ਨੇ ਦੀਪੂ ਨੂੰ ਆਖਿਆ ਕਿ ਭਾਬੀ ਦੇ ਲਿਆ ਰੋਟੀ ਖਾਈਏ, ਤੇ ਉਹਨੇ ਦੀਪੂ ਵੱਲ ਵੇਖਿਆ ਤਾਂ ਉਸ ਨੂੰ ਹੁਣ ਉਸ ਦਾ ਮੂੰਹ ਹੋਰ ਵੀ ਸੋਹਣਾ ਲੱਗਿਆ। ਇੱਕ ਸ਼ਰਾਬ ਦਾ ਸਰੂਰ ਤੇ ਦੂਸਰਾ ਨਵਾਂ ਬਣਿਆ ਰਿਸ਼ਤਾ। ਉਸਨੇ ਆਪਣੇ ਆਪ ਨੂੰ ਆਖਿਆ, ਬਸ ਹੋਰ ਨਹੀਂ ਹੁਣ ਪੀਣੀ। ਸੋਹਣੀਆਂ ਚੀਜ਼ਾਂ ਹੋਰ ਵੀ ਸੋਹਣੀਆਂ ਲੱਗਣ ਲੱਗ ਪੈਂਦੀਆਂ ਨੇ ਤੇ ਹੁਣ ਅੱਖਾਂ ਦੇ ਵਿੱਚ ਪੂਰਾ ਤਰਾਰਾ ਆ ਗਿਆ। ਦੀਪੂ ਰੋਟੀ ਲੈ ਆਈ। ਬਾਈ, ਇੱਕ ਹਾੜਾ ਹੋਰ ਤਾਂ ਲਾ ਲਈਏ, ਚੰਗੀ ਤਰ੍ਹਾਂ ਰੋਟੀ ਖਾਧੀ ਜਾਊ, ਹਰਚੰਦ ਬੋਲਿਆ। ਨਹੀਂ ਚੰਦ ਬਾਈ, ਬਸ ਹੁਣ ਤਾਂ ਰੋਟੀ ਖਾਣ ਵਾਲੇ ਹੋਏ ਪਏ ਆ, ਫੇਰ ਔਖੇ ਹੋਵਾਂਗੇ। ਤੇਰੀ ਮਰਜ਼ੀ ਹੈ, ਪੀਣੀ ਹੈ ਬੇਸ਼ੱਕ ਤੂੰ ਪੀ ਲੈ, ਪਈ ਹੈ ਜੇ ਬਹੁਤ, ਮੈਂ ਤਾਂ ਪੀਣੀ ਨਹੀਂ। रणधीर ਨੇ ਸਿਰ ਮਾਰ ਦਿੱਤਾ। ਚੰਗਾ, ਫਿਰ ਪ੍ਰੇਮ ਪਿਆਲਾ ਤਾਂ ਕਰ ਲਈਏ, ਹਰਚੰਦ ਨੇ रणधीर ਦਾ ਹੱਥ ਘੁੱਟ ਕੇ ਆਖਿਆ। ਤੇਰੀ ਮਰਜ਼ੀ। रणधीर ਨੇ ਪਿੰਡੂ ਪਿਆਕਾਂ ਦੀ ਪੁਰਾਣੀ ਰਵਾਇਤ ਸਾਹਮਣੇ ਸਿਰ ਨਵਾ ਦਿੱਤਾ। ਹਰਚੰਦ ਨੇ ਇੱਕੋ ਗਲਾਸ ਦੇ ਵਿੱਚ ਵਾਹਵਾ ਸ਼ਰਾਬ ਪਾਈ ਤੇ ਪਾਣੀ ਪਾ ਕੇ रणधीर ਨੂੰ ਫੜਾ ਦਿੱਤੀ। रणधीर ਨੇ 2 ਹਲਕੀਆਂ ਜਿਹੀਆਂ ਘੁੱਟਾਂ ਭਰੀਆਂ ਤੇ ਮੋੜ ਕੇ ਉਹ ਹਰਚੰਦ ਜਾਣੀ ਕਿ ਦੀਪੂ ਦੇ ਪਤੀ ਦੇ ਹਵਾਲੇ ਕਰ ਦਿੱਤਾ। ਹਰਚੰਦ ਨੇ ਗਲਾਸ ਲਾਲਟਣ ਵੱਲ ਕੀਤਾ ਤੇ ਬੋਲਿਆ, रणधीर ਵੀਰੇ, ਬੁੱਲ ਛਾਉਣ ਦਾ ਹੀ ਸ਼ਗਨ ਕੀਤਾ, ਦਾਰੂ ਤਾਂ ਓਨੀ ਦੀ ਓਨੀ ਪਈ ਹੈ, ਗਲਾਸ ਤਾਂ ਨੀਵਾਂ ਹੋਇਆ ਨਹੀਂ, ਬਸ ਪੀ ਲੈ, ਹੁਣ ਰੋਟੀ ਖਾਈਏ। रणधीर ਰੋਟੀ ਖਾਣ ਲਈ ਕਾਹਲਾ ਸੀ, ਰਾਤ ਬਹੁਤ ਹੋ ਚੁੱਕੀ ਸੀ।
ਹਰਚੰਦ ਨੂੰ ਬਹੁਤ ਚੜ੍ਹ ਗਈ ਤੇ ਰਹਿੰਦੀ ਖੂੰਦੀ ਖਸਰ ਇਸ ਪ੍ਰੇਮ ਪਿਆਲੇ ਦੇ ਆਖਰੀ ਪੈਗ ਨੇ ਪੂਰੀ ਕਰ ਦਿੱਤੀ ਤੇ ਇੱਕ ਅੱਧੀ ਰੋਟੀ ਉਸਨੇ ਨਿਗਲੀ ਤੇ ਉੱਥੇ ਹੀ ਮੰਜੇ ਤੇ ਟੇਢਾ ਹੋ ਗਿਆ। ਰਣਧੀਰ ਨੇ ਉੱਠ ਕੇ ਉਸਨੂੰ ਝੰਜੋੜਦਿਆਂ ਪੁੱਛਿਆ, ਹਰਚੰਦ ਬਾਈ, ਰੋਟੀ ਬਸ? ਹਰਚੰਦ ਨੇ ਲਾਲ ਹੋ ਚੁੱਕੀਆਂ ਬੋਝਲ ਅੱਖਾਂ ਪੁੱਟੀਆਂ ਤੇ ਮੂੰਹੋਂ ਕੁਝ ਨਾ ਆਖਿਆ, ਪਰ ਨਸ਼ੇ ਦੀ ਬਹੁਲਤਾ ਦੇ ਕਾਰਨ ਉਹ ਬੋਲ ਵੀ ਨਾ ਸਕਿਆ। ਕੁਝ ਅਲ-ਬਲਲ ਜਿਹਾ ਕਰਕੇ ਹੱਥ ਮਾਰ ਦਿੱਤਾ। ਰਣਧੀਰ ਨੇ ਉਹਨੂੰ ਮੋਢੇ ਤੋਂ ਫੜ ਕੇ ਠੀਕ ਤਰ੍ਹਾਂ ਮੰਜੇ ਤੇ ਪਾ ਦਿੱਤਾ ਤੇ ਉੱਤੇ ਖੇਸ ਦੇ ਦਿੱਤਾ। ਉਹ ਰੱਜੇ ਹੋਏ ਸੂਰ ਵਾਂਗ ਘਰਾੜੇ ਮਾਰਨ ਲੱਗਾ। ਰਣਧੀਰ ਨੇ 2-4 ਬੁਰਕੀਆਂ ਹੋਰ ਲਾਈਆਂ ਤੇ ਲੈ ਭਾਬੀ ਹੱਥ ਧੁਆ, ਬਾਈ ਤਾਂ ਲਾਮਲੇਟ ਹੋ ਗਿਆ। ਇਹ ਤਾਂ ਧੀਰਿਆ ਜੇ ਬਹੁਤੀ ਪੀ ਲਵੇ ਤਾਂ ਇਵੇਂ ਕਰਦਾ, ਬੇਸੁਰਤਾਂ ਵਾਂਗੂ ਬਸ ਪਿਆ ਰਹੂ ਸਵੇਰ ਥਾਈਂ। ਦੀਪੂ ਨੇ ਥਾਲ ਸਟੂਲ ਤੋਂ ਚੁੱਕਦਿਆਂ ਜਵਾਬ ਦਿੱਤਾ, ਭਾਬੀ ਭਾਂਡੇ ਕੀ ਭੱਜੇ ਜਾਂਦੇ ਆ, ਸਵੇਰੇ ਮਾਂਜ ਲਈ, 2 ਘੜੀਆਂ ਬੈਠ ਤਾਂ ਜਾ। ਰਣਧੀਰ ਨੇ ਭਾਬੀ ਨੂੰ ਇੱਕ ਮਿੰਨਤ ਜਿਹੀ ਕੀਤੀ। ਮਾਂਜ ਤਾਂ ਸਵੇਰੇ ਲਊਂ, ਰੱਖ ਤਾਂ ਦਿਆਂ, ਤੁਰੀ ਜਾਂਦੀ। ਦੀਪੂ ਬੋਲੀ। ਉਹ ਵੀ ਸ਼ਾਇਦ ਭਾਂਡਿਆਂ ਦੇ ਕੰਮ ਦੇ ਵਿੱਚ ਨਹੀਂ ਸੀ ਉਝਲਣਾ ਚਾਹੁੰਦੀ ਤੇ ਦੀਪੂ ਮੁੜਦੀ ਹੋਈ ਵੱਡੀ ਸਵਾਦ ਦੀ ਕੁੰਡੀ ਵੀ ਲਾਈ। ਦੱਸ ਕੀ ਗੱਲਾਂ ਕਰਨੀਆਂ ਸੀ ਧੀਰਿਆ? ਦੀਪੂ ਨੇ ਉਹਦੀ ਮੰਜੀ ਦੀ ਬਾਹੀ ਤੇ ਪੈਰ ਰੱਖਦਿਆਂ ਆਖਿਆ। ਗੱਲਾਂ ਕੀ, ਬਸ ਉਹੀ ਭਾਬੀ, 2 ਘੜੀਆਂ ਬਹਿ ਜਾ। ਤੇਰੇ ਵਿਆਹ ਵੇਲੇ ਮੈਂ ਤੈਨੂੰ ਬਿਨਾਂ ਵੇਖੇ ਹੀ ਚਲਿਆ ਗਿਆ ਸੀ, ਬੜਾ ਜੀ ਕਰਦਾ ਸੀ ਭਾਬੀ ਦਾ ਮੂੰਹ ਵੇਖਣ ਨੂੰ। ਰਣਧੀਰ ਸਿੱਧਾ ਉਹਦੀਆਂ ਅੱਖਾਂ 'ਚ ਝਾਕ ਰਿਹਾ ਸੀ। ਤਾਂ ਹੀ ਛੇਤੀ ਆ ਗਿਆ ਹੋਵੇਗਾ। ਮੈਂ ਤਾਂ ਆਪ ਕਈ ਵਾਰੀ ਇਕੱਲੀ ਬੈਠੀ ਸੋਚਦੀ ਸੀ ਕਿ ਧੀਰਾ ਨਹੀਂ ਆਇਆ। ਦੀਪੂ ਨੇ ਰਣਧੀਰ ਦੀਆਂ ਅੱਖਾਂ ਦੀ ਤਾਬ ਨਾਲ ਝੱਲਦਿਆਂ ਨੀਵੀਂ ਪਾ ਲਈ। ਬਿੰਦ ਝੱਟ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ, ਪਰ ਦੀਪੂ ਬੋਲੀ, ਚੰਗਾ ਧੀਰਿਆ, ਹੁਣ ਪੈ ਜਾ, ਅੱਧੀ ਰਾਤ ਹੋ ਗਈ, ਕੱਲ ਨੂੰ ਗੱਲਾਂ ਕਰਾਂਗੇ ਸਵੇਰੇ। ਤੇ ਉਹ ਮੰਜੇ ਉੱਤੇ ਜਾ ਪਈ ਤੇ ਰਣਧੀਰ ਨੇ ਸਟੂਲ ਉੱਤੇ ਪਈ ਲੈਲਟਨ ਵੱਡੀ ਕਰ ਦਿੱਤੀ। ਉਹ ਹੁੰਦਾ ਨਹੀਂ ਸੀ ਅੱਗੇ, ਲੈਲਟਨ ਦੇ ਵਿੱਚ ਉਸਨੂੰ ਤੇਜ਼ ਕਰ ਦਿੰਦੇ ਸੀ ਜ਼ਿਆਦਾ ਰੌਸ਼ਨੀ ਵਾਸਤੇ, ਜਾਂ ਛੋਟਾ ਕਰ ਦਿੰਦੇ ਸੀ। ਉਸ ਨੂੰ ਕਹਿੰਦੇ ਆ ਲੈਲਟਨ ਵੱਡੀ ਕਰ ਦੇਣਾ। ਰਾਤ ਪੂਰੀ ਤਰ੍ਹਾਂ ਚੁੱਪ ਸੀ। ਹਰਚੰਦ ਦੇ ਘੁਰਾੜਿਆਂ ਤੋਂ ਬਿਨਾਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਰਣਧੀਰ ਨੇ ਥੋੜੀ ਪੀਤੀ ਸੀ। ਹੁਣ ਉਹਨੂੰ ਲੱਗਿਆ ਜਿਵੇਂ ਉਹ ਵੀ ਉਤਰ ਗਈ ਹੋਵੇ। ਉਸਨੇ ਖੇਸ ਮੋਢਿਆਂ ਤੱਕ ਕਰ ਲਿਆ ਤੇ ਸੁਭਾਅ ਵਿੱਚ ਘੁੱਪ ਹਨੇਰਾ ਸੀ। ਆਪਣਾ ਹੱਥ ਅੱਖਾਂ ਅੱਗੇ ਕੀਤਿਆਂ ਵੀ ਵਿਖਾਈ ਨਹੀਂ ਸੀ ਦਿੰਦਾ। ਜਿੱਥੇ ਕੋ ਦੀਪੂ ਦਾ ਮੰਜਾ ਸੀ, ਰਣਧੀਰ ਨੇ ਉੱਥੇ ਨਜ਼ਰ ਟਿਕਾਈ ਸੀ। ਉਹਨੂੰ ਲੱਗਿਆ ਕਿ ਜਿਵੇਂ ਦੀਪੂ ਦੀਆਂ ਅੱਖਾਂ ਆਪ ਹੀ ਦੀਵਿਆਂ ਵਾਂਗ ਬਲਦੀਆਂ ਉਸਨੂੰ ਦਿਸ ਰਹੀਆਂ ਹੋਣ ਤੇ ਉਡੀਕ ਮੁਸਕਰਾ ਰਹੀਆਂ ਹੋਣ ਤੇ ਉਸਦਾ ਪਿੰਡਾ ਭਖ ਉੱਠਿਆ। ਉਸਨੇ ਸਰੀਰ ਤੋਂ ਖੇਸ ਲਾਹ ਕੇ ਪੈਰਾਂ ਤੇ ਕਰ ਲਿਆ ਤੇ ਕਿੰਨਾ ਹੀ ਚਿਰ ਉਹ ਘੁੱਪ ਹਨੇਰੇ ਸੁਭਾਅ ਦੇ ਵਿੱਚ ਜਗਮਗ ਦਿਸਦੀਆਂ ਮੁਸਕਰਾਉਂਦੀਆਂ ਅੱਖਾਂ ਵੱਲ ਟਿਕ-ਟਿਕ ਵੇਖਦਾ ਰਿਹਾ। ਹਰਚੰਦ ਦੇ ਘੁਰਾੜਿਆਂ ਵਰਗੇ ਸਾਹਾਂ ਨੇ ਇੱਕਸਾਰ ਚੱਕੀ ਝੋਈ ਹੋਈ ਸੀ। ਕਦੇ ਉਸਦੇ ਨੱਕ ਦੇ ਵਿੱਚੋਂ ਫੁਰ-ਫੁਰ, ਕਦੇ ਉਹ ਮੂੰਹ ਦੇ ਵਿੱਚੋਂ ਸਾਹ ਲੈਂਦਾ। ਸ਼ਰਾਬ ਨੇ ਹੌਲੀ-ਹੌਲੀ ਚੜ੍ਹ ਕੇ ਉਸਨੂੰ ਗੁੱਟ ਕਰ ਦਿੱਤਾ ਸੀ ਤੇ ਸਭ ਕੁਝ ਤੋਂ ਬੇਫਿਕਰ ਬੇਖਬਰ ਉਹ ਨਿਸ਼ਚਿੰਤ ਪਿਆ ਸੀ ਤੇ ਰਣਧੀਰ ਦਾ ਉਹਦੇ ਉੱਤੇ ਦਿੱਤਾ ਹੋਇਆ ਖੇਸ ਉਸੇ ਤਰ੍ਹਾਂ ਉਸਦੇ ਮੋਢਿਆਂ ਤੱਕ ਪਿਆ ਸੀ। ਦੀਪੂ ਦੀ ਨੀਂਦ ਟਲ ਗਈ। ਉਸਦੀ ਆਦਤ ਸੀ ਜੇ ਕਵੇਲਾ ਹੋ ਜਾਵੇ ਜਾਂ ਨੀਂਦ ਇੱਕ ਵਾਰੀ ਜਾਂਦੀ ਰਹੇ ਫਿਰ ਉਸਨੂੰ ਛੇਤੀ ਨੀਂਦ ਨਹੀਂ ਸੀ ਆਉਂਦੀ। ਉਹਦੇ ਸਰੀਰ ਨੂੰ ਸ਼ਾਇਦ ਨੀਂਦ ਨਾ ਆਉਣ ਕਰਕੇ ਅਚਵੀ ਜਿਹੀ ਲੱਗੀ ਸੀ। ਕਦੇ ਉਹ ਇੱਕ ਪਾਸਾ ਲੈਂਦੀ, ਕਦੇ ਸਿੱਧੀ ਪੈ ਜਾਂਦੀ। ਉਸਦੇ ਮੰਜੇ ਦੀ ਹੁੰਦੀ ਚੂੰ-ਚੂੰ ਵੀ ਦੱਸਦੀ ਸੀ ਕਿ ਦੀਪੂ ਜਾਗਦੀ ਹੈ। ਤੇ ਕਦੀ ਉਹ ਖੇਸ ਖਿੱਚ ਲੈਂਦੀ, ਕਦੇ ਲਾਹ ਲੈਂਦੀ। ਕਈ ਵਾਰ ਉਸਨੂੰ ਲੱਗਿਆ ਕਿ ਜਿਵੇਂ ਰਣਧੀਰ ਉਹਦੇ ਮੰਜੇ ਦੀ ਬਾਹੀ ਤੇ ਬੈਠਾ ਹੋਵੇ। ਉਹ ਹੱਥ ਮਾਰ ਕੇ ਕੁਝ ਵੇਖਦੀ, ਪਰ ਉੱਥੇ ਕੁਝ ਨਾ ਹੁੰਦਾ। ਕਿੰਨਾ ਚਿਰ ਉਹ ਬੇਚੈਨੀ ਦੀ ਹਾਲਤ ਵਿੱਚ ਪਈ ਰਹੀ। ਉਸ ਦਾ ਅੰਗ ਟੁੱਟਣ ਲੱਗਾ, ਸ਼ਾਇਦ ਨੀਂਦ ਨਾ ਆਉਣ ਕਰਕੇ। ਦੂਸਰਾ, ਅੱਜ ਉਸ ਦਾ ਮੂੰਹ ਤੋਂ ਲਾਇਆ ਘੁੰਡ ਵੀ ਉਸਨੂੰ ਇੱਕ ਨਵੇਂ ਰਿਸ਼ਤੇ ਦੀ ਖੁਸ਼ਬੂ ਦਿੰਦਾ ਜਾਪਿਆ ਜੋ ਉਸਨੇ ਰਣਧੀਰ ਤੋਂ ਘੁੰਡ ਚੱਕਿਆ ਸੀ, ਕਿਉਂਕਿ ਰਣਧੀਰ ਨੇ ਉਸਨੂੰ ਪਹਿਲੀ ਵਾਰੀ ਨਿੱਠ ਕੇ ਵੇਖਿਆ ਸੀ। ਸਵਾਤ ਦਾ ਕੁੰਡਾ ਖੁੱਲ੍ਹਿਆ ਤਾਂ ਉਹਨੇ ਵੇਖਿਆ ਕਿ ਰਣਧੀਰ ਬਾਹਰ ਗਿਆ ਸੀ। 2 ਮਿੰਟ ਮਗਰੋਂ ਉਹ ਮੁੜਿਆ ਤੇ ਦੀਪੂ ਦੇ ਮੰਜੇ ਕੋਲ ਆ ਕੇ ਬੋਲਿਆ, ਭਾਬੀ ਪਤਾ ਨਹੀਂ ਓਪਰੀ ਥਾਂ ਕਰਕੇ ਨੀਂਦ ਨਹੀਂ ਆਉਂਦੀ। ਤੁਹਾਡੀ ਸੁਭਾਅ ਵਿੱਚ ਤਾਂ ਨਾਲੇ ਊਂ ਡਰ ਲੱਗਦਾ। ਨੀਂਦ ਟਲ ਗਈ ਕਰਕੇ ਨੀਂਦ ਨਹੀਂ ਆਉਂਦੀ, ਆਪੇ ਆਜੂ, ਜਾਂ ਪੈ ਜਾ। ਤੇਰੇ ਬਾਈ ਨੂੰ ਜੇ ਗੱਲਾਂ ਕਰਦੇ ਸੁਣ ਲਿਆ ਤਾਂ ਪੰਗਾ ਖੜਾ ਹੋ ਜਾਊ। ਦੀਪੂ ਨੇ ਹੌਂਕਦਿਆਂ ਵਾਂਗ ਬੋਲੀ ਤੇ ਉਹਨੂੰ ਸਾਹ ਚੜਿਆ ਪਿਆ ਸੀ। ਪਰ ਹਰਚੰਦ ਪਹਿਲਾਂ ਵਾਂਗ ਹੀ ਫੁਰ-ਫੁਰ ਕਰਕੇ ਘਰਾੜੇ ਮਾਰ ਰਿਹਾ ਸੀ ਤੇ ਰਣਧੀਰ ਨੇ ਦੀਪੂ ਦਾ ਹੱਥ ਫੜ ਕੇ ਆਪਣੇ ਮੱਥੇ ਨੂੰ ਲਾ ਲਿਆ। ਵੇਖ ਭਾਬੀ, ਮੈਨੂੰ ਤਾਂ ਆਪਣੇ ਆਪ ਦੇ ਵਿੱਚੋਂ ਸੇਕ ਆਉਂਦਾ ਹੈ, ਤਾਪ ਚੜ ਗਿਆ ਲੱਗਦਾ ਹੈ ਮੈਨੂੰ ਤਾਂ। ਦੀਪੂ ਨੇ ਵੀ ਹੱਥ ਨਾ ਛਡਾਇਆ। ਉਹ ਬਾਹੀ ਉੱਤੇ ਬੈਠ ਕੇ ਰਣਧੀਰ ਨੂੰ ਕਹਿਣ ਲੱਗੀ,
मेरा तो मत्था सगों ठंडा पिया, मैनू तो लगदा है सॉरी तेरा तो मत्था सगों ठंडा पिया लगदा, मैनू तो लगदा है कि मेरे हत्थ तेरे मत्थे नालों बहुत तत्ते ने। ते फिर जदों सहज शांत होके दीपू ने सौंदे जांदे रणधीर नूं झिझोड़िया तां ओह अपने नालों उसनूं उठाउंदियां उसनूं अपने मंजे ते भेज दिता। अद्धी तो बहुती रात लंघ चुकी सी। सवेरे दीपू उठी तां उसनूं अपने अंदरों कुछ मुश्क ते सरीर दे विचों अलकत आई। उसने ठठंबरी जही ने चाह करके चुल्हे उत्ते पानी दा पतीला रख दिता ते अपनी चाह ਉਹਨੇ छोटी जी गड़वी दे विच पा के कौली नाल ढक दिती, चुल्हे मूहरे भुब्बल ते रख दिती ते रणधीर ते हरचंद दी चाह दी वड्डी गड़वी उन्हां दोनां नूं फड़ा दिती। दीपू ने पानी तत्ता रखिया। रात दा शरीर टुटिया पिया सी, नहावांगे, हरचंद ने आखिया। पानी पतीले दे विच तत्ता पिया। अज बुधवार है, मैं सिर नहाउणा, पहलां मैनूं नहा लैण दिओ, नाले थोड़ी चाह पीती नूं बिंद झट होऊ। दीपू ने अपने पति हरचंद नूं जवाब दिता। दीपू ने विहड़े दे विच खलोती निंम दी दातण तोड़ी, धुर अंदर संघ तक फेरी ते फिर संदूक दे विचों नवीं साबण कढ के गर्म पानी नाल मल मल के नहाती। पर उसनूं महसूस हो रहा सी कि जिवें उसने दातण ना कीती होवे ते ना ही ਉਹ नहाती होवे। अजे भी उसनूं अपने अंदरों मुश्क ते पिंडे दे विचों अलकत आ रही सी। शायद ओपरे मर्द रणधीर दा उस दे नाल पैना उसका कारण सी। ਉਹ गुसलखाने दे विचों निकली। हरचंद ते रणधीर विहड़े दे विच बैठे गल्लां कर रहे सन। ਉਹਨੇ हरचंद ਵੱਲ ਵੇਖਿਆ ते ਅੱਖਾਂ ਨੀਵੀਆਂ कर ਲਈਆਂ। ओपरे मर्द दे मेल दा एहसास ने ਉਹਦਾ अंदरवार लिपिया गया सी ते हुण ਉਹ रगड़ रगड़ के उतरिया भी सी नहीं उतर रहा। ते जदों हरचंद नहाउण लग्या तां दीपू ने 100 ਦਾ नोट उवें दा उवें रणधीर कोल रखदिआं आखिया, लै रणधीर, तू अपने बाई नालों छोटा, तेरी मूँह विखाई मैं नहीं रखनी। भाभी कुछ तो रख लै, सारे मोड़न की कोई गल होई है। रणधीर ने नोट फिर दीपू वल कर दिता। नहीं नहीं, ये कोई राह नहीं, मैं कुछ नहीं लेना। दीपू ने यह आखदिआं होर कुछ कहे सुने बिना चाह वाले भांडे धोने शुरू कर दिते। ਉਹਦਾ दिल कर रहा सी कि रणधीर भी शायद उसनूं राती दिता होया उसका करोशी वाला रुमाल मोड़ देवे। सो दोस्तों, ये है रिश्तिਆਂ ਦੀ ਉਹ ਇਬਾਰਤ कि कई वारी वेग ਦੇ ਵਿੱਚ ਆ ਕੇ ਸਾਡੇ ਇਸ ਤਰ੍ਹਾਂ ਓਪਰੇ ਰਿਸ਼ਤੇ ਬਣਦੇ ਨੇ, पर ਉਹ ਕਾਮ ਸੈਕਸ ਜਾਂ ਜਜ਼ਬਾਤ ਜਦੋਂ ਭਾਰੂ ਹੁੰਦੇ ਨੇ ਉਸ ਵਕਤ ਬੰਦਾ ਜਾਂ ਔਰਤ ਨਹੀਂ ਸੋਚਦੇ, पर फिर भी किते ना किते ਜਦੋਂ ਜ਼ਮੀਰ ਟੁੰਬਦੀ ਹੈ ਨਾ ਤਾਂ फिर एहसास ਹੁੰਦਾ है। जिवें दीपू नूं एहसास होया सी ओपरे मर्द नाल रात मंजा साझा करन दा। कारण इसदा यह हुंदा कि जिस तरह दीपू ने अपना लाड़ा हरचंद, जिस दे बारे सुनिया सी कि वह 7वीं जमात दे विच पढ़दा है, उसने अपना लाड़ा उदां दा चित्व लिया सी। ते फिर जदों लंबड़ा दी पुत्ती नां दी कुड़ी ने आके दस्सिया सी कि एक पढ़िया लिखिया नौजवान ਜਾਂਝੀ आया, शायद ਉਹ उसनूं अपना लाड़ा लग्या। ते फिर जदों ਉਹ ਲੈਚੀਆਂ ਦੇ वास्ते 1 ਰੁਪਈਆ ਦਿੰਦਾ रणधीर, जो उसके पति हरचंद का रिश्तेदार सी, तां भी उसने उसे रणधीर नूं अपना लाड़ा सिरजिया सी। ते ਇਹ जदों मिथ बन जाती है, मन बन जाता है किसी औरत का अपने पति के प्रति, तां ਉਹ फिर उसनूं अपने सुपनियां का सिकंदर सिरज लैंदी है। शायद ये दीपू की भोले भा हुई गुस्ताखी सी, पर फिर भी जिस तरह उसनूं एहसास होया गैर विआहता रिश्ते, नाजायज संबंध किते न किते इस तरह बंदे दे एहसास नूं किते न किते जगाउंदे ने, बशर्ते उस ते उस वक्त काम वेग भारू ना होया होवे। ये सी कहानी ओपरा मर्द गुरबचन सिंह भुल्लर होरां दी। ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਤੁਸੀਂ ਜੁੜੇ ਟਿਵਾਣਾ ਰੇਡੀਓ ਦੇ ਨਾਲ, ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਸਾਡੇ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਤੁਸੀਂ ਸਾਡੀ ਵੈਬਸਾਈਟ tiwanaradio.com ਦਾ ਵੀ ਇਸਤੇਮਾਲ ਕਰ ਸਕਦੇ ਹੋ। ਉੱਥੇ ਤੁਹਾਨੂੰ ਸਾਡੇ ਵੱਖ-ਵੱਖ ਲਿੰਕ ਮਿਲਣਗੇ। ਟਿਵਾਣਾ ਰੇਡੀਓ ਦੀਆਂ ਜਿਹੜੀਆਂ ਐਪਸ ਨੇ, ਆਈਫੋਨ ਤੇ ਐਂਡਰਾਇਡ ਐਪਸ ਇੰਸਟਾਲ ਕਰ ਸਕਦੇ ਹੋ।
ਅਮਰੀਕਾ ਦੇ ਵਿੱਚ ਕਾਲ ਟੂ ਲਿਸਨ ਨੰਬਰ ਹੈ ਆਪਣਾ 667-930-9260। ਉਸ ਦੇ ਜ਼ਰੀਏ ਵੀ ਪ੍ਰੋਗਰਾਮ ਸੁਣਿਆ ਜਾ ਸਕਦਾ ਹੈ ਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਤੇ YouTube ਦਾ ਲਿੰਕ ਵੀ ਤੁਸੀਂ ਸੇਵ ਕਰ ਸਕਦੇ ਹੋ। ਲਾਈਕ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਵੋ ਤਾਂ ਜੋ ਪ੍ਰੋਗਰਾਮਾਂ ਦੇ ਲਾਈਵ ਹੁੰਦਿਆਂ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲੇ। ਤੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ WhatsApp ਦੇ ਜ਼ਰੀਏ ਲਿੰਕ ਮੰਗਵਾਉਣੇ ਆ ਤਾਂ ਆਪਣਾ ਸਟੂਡੀਓ ਦੇ ਵਿੱਚ ਜਿਹੜਾ ਕਾਲ ਕਰਨ ਵਾਲਾ ਨੰਬਰ ਹੈ ਜਿਸ ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਵੀ ਪ੍ਰੋਗਰਾਮ ਦੇ ਵਿੱਚ ਦੇ ਸਕਦੇ ਹੋ ਤੇ ਮੇਰਾ ਸੰਪਰਕ ਨੰਬਰ ਵੀ ਉਹੀ ਹੈ 9876309655। ਉਸ ਨੰਬਰ ਦੇ ਵਿੱਚ ਜਿਹੜਾ ਆਪਾਂ WhatsApp ਗਰੁੱਪ ਬਣਾਇਆ ਉਸ ਦੇ ਰਾਹੀਂ ਪ੍ਰੋਗਰਾਮਾਂ ਦਾ ਲਿੰਕ ਤੁਹਾਨੂੰ ਸਵੇਰ ਸ਼ਾਮ ਮਿਲ ਜਾਇਆ ਕਰੇਗਾ। ਉਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਵੀ ਮੈਸੇਜ ਕਰ ਦਿਓ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ 8:30 ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਰਾਜਨੀਤਿਕ ਚਰਚਾ ਦੇ ਵਾਸਤੇ ਤੁਹਾਡੇ ਨਾਲ ਜੁੜਦੇ ਹਾਂ। ਦੋਸਤੋ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ ਤੇ ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ, ਉਹ ਹੈ ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਿਲ ਐਗਜ਼ਿਟ 278 ਤੇ ਇੱਥੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਿਲ ਐਗਜ਼ਿਟ 278। ਇਸ ਤੋਂ ਇਲਾਵਾ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀ ਦਾ ਕਾਰੋਬਾਰ ਹੈ। ਸੋ ਗੈਸ ਸਟੇਸ਼ਨ ਓਨਰ ਆਪਰੇਟਰ ਵੀਰ ਇਹਨਾਂ ਤੋਂ ਫਿਊਲ, ਫਰੈਂਚਾਈਜ਼, ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ 425 232 8413 425 232 8413। ਇਸੇ ਤਰ੍ਹਾਂ US ਤੋਂ ਬਾਈ ਸੁੱਖੀ ਘੁੰਮਣ ਬੇਕਰਸਫੀਲਡ ਦੇ ਵਿੱਚ ਹੈ ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਨਾਲ ਬਣਿਆ ਇੰਡੀਅਨ ਰੈਸਟੋਰੈਂਟ, ਜਿਹੜਾ ਦੇਸੀ ਘਿਓ ਦੇ ਪਰੌਂਠੇ ਬਹੁਤ ਲਜ਼ੀਜ਼ ਦਹੀਂ ਨਾਲ ਛਕਾਉਂਦੇ ਨੇ ਤੇ ਹੋਰ ਉੱਥੇ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਮਾਣ ਸਕਦੇ ਹੋ। ਇਹ ਉਸੇ ਜਗ੍ਹਾ ਤੇ ਹੈ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਯੂਨੀਅਨ ਵਿਲੇਜ ਟਰੱਕ ਸਟਾਪ ਦਾ ਐਡਰੈਸ ਹੈ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦੇ ਇਹ ਕਾਰੋਬਾਰ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ, ਜਿਨ੍ਹਾਂ ਦਾ ਫੋਨ ਨੰਬਰ ਹੈ 661 304 7500 661 304 7500। ਇਸੇ ਤਰ੍ਹਾਂ ਅਮਰੀਕਾ ਦੇ ਸਿਆਟਲ ਇਲਾਕੇ ਦੇ ਵਿੱਚ ਲੋਕਲ ਲੋਡ ਚਾਹੀਦੇ ਨੇ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸੰਪਰਕ ਬਣਾਓ ਵਾਸ਼ਿੰਗਟਨ ਫreight ਸਰਵਿਸ ਵਾਲੇ ਨਾਲ, ਜਿਨ੍ਹਾਂ ਨੂੰ ਓਨਰ ਆਪਰੇਟਰ ਤੇ ਡਰਾਈਵਰਾਂ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ। ਸਿਆਟਲ ਇਲਾਕੇ ਦੇ ਵਾਧੂ ਲੋਡ ਇਹਨਾਂ ਕੋਲ ਨੇ ਤੇ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਨੂੰ ਕਾਲ ਕਰੋ 253 266 6924 253 266 6924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206 354 4060। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਵੀ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੰਮ ਹੈ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਤਾਂ ਇਮੀਗ੍ਰੇਸ਼ਨ ਦੇ ਪੇਪਰ ਫਾਈਲਿੰਗ ਦੇ ਵਾਸਤੇ ਤੁਸੀਂ ਕਾਲ ਕਰੋ। ਤਰਸੇਮ ਸਿੰਘ ਗਿੱਲ CPA, ਅਮਰੀਕਾ ਦੇ ਪੜ੍ਹੇ ਲਿਖੇ ਨੇ, ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਤਰਸੇਮ ਸਿੰਘ ਗਿੱਲ CPA ਦਾ ਨੰਬਰ ਹੈ 484 764 9861 484 764 9861। ਤੇ ਦੋਸਤੋ, ਕੁਝ ਹੋਰ ਖਬਰਾਂ ਤੇ ਨਜ਼ਰ ਮਾਰਦੇ ਹਾਂ। ਭਾਰਤ ਦੇ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ 6 ਰਾਜਾਂ ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਵਰਤੀਆਂ ਗਈਆਂ EVMs ਨੇ, ਯਾਨੀ ਕਿ ਵੋਟਿੰਗ ਵਾਲੀਆਂ ਮਸ਼ੀਨਜ਼ ਨੇ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਅਤੇ VVPAT ਮਸ਼ੀਨਾਂ ਦੇ ਮਾਮਲੇ 'ਚ ਜਲਦ ਸੁਣਵਾਈ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਫਿਲਹਾਲ ਇਨ੍ਹਾਂ ਮਸ਼ੀਨਾਂ ਦੀ EVM ਦੀ ਵਰਤੋਂ ਨਹੀਂ ਹੋ ਰਹੀ, ਕਿਉਂਕਿ ਹੁਕਮਾਂ ਦੇ ਤਹਿਤ COVID-19 ਦੀ ਜਿਹੜੀ ਦੂਜੀ ਲਹਿਰ ਦੇ ਦੌਰਾਨ ਚੋਣ ਪਟੀਸ਼ਨਾਂ ਸਮੇਤ ਹੋਰਨਾਂ ਪਟੀਸ਼ਨਾਂ ਵੱਲੋਂ ਦਾਇਰ ਕੀਤੀਆਂ ਗਈਆਂ ਸੀ ਜੋ ਪਟੀਸ਼ਨਾਂ ਕਿ ਇਹ ਮਸ਼ੀਨਾਂ ਨੂੰ ਸੁਰੱਖਿਅਤ ਰੱਖਣ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸ ਮੁਤਲਕ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ VN ਰਮੰਨਾ, ਜਸਟਿਸ ਸੂਰਿਆਕਾਂਤ ਤੇ ਜਸਟਿਸ ES ਬੋਪੰਨਾ ਦੇ 3 ਮੈਂਬਰੀ ਬੈਂਚ ਨੇ ਚੋਣ ਕਮਿਸ਼ਨ ਦੀ ਤਰਫੋਂ ਪੇਸ਼ ਹੋਏ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਵੱਡੀ ਗਿਣਤੀ ਦੇ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰਾਇਲ ਮਸ਼ੀਨਾਂ ਜਿਹੜੇ VVPAT ਨੇ ਉਹ ਅਣਵਰਤੀਆਂ ਪਈਆਂ ਨੇ, ਜਦੋਂ ਕਿ ਚੋਣ ਕਮਿਸ਼ਨ ਨੂੰ ਆਗਾਮੀ ਚੋਣਾਂ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ। ਸੋ ਇਸ EVM ਦੇ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਅਗਲੇ ਹਫ਼ਤੇ ਸੁਣਵਾਈ ਕਰੇਗਾ, ਕਿਉਂਕਿ
ਕੋਵਿਡ ਦਾ ਅਸਰ ਘਟਦਿਆਂ ਕਿਤੇ ਨਾ ਕਿਤੇ ਜਿਸ ਤਰ੍ਹਾਂ 1 ਸਤੰਬਰ ਤੋਂ ਜਿਹੜਾ ਹੈਗਾ ਫਿਜ਼ੀਕਲ ਸੁਣਵਾਈ ਜਾਣੀ ਕਿ ਆਨਲਾਈਨ ਸੁਣਵਾਈ ਦੀ ਜਗ੍ਹਾ ਸਿੱਧੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਣ ਲੱਗੀ ਹੈ ਤੇ ਉਧਰ ਤੇਲ ਕੀਮਤਾਂ ਦੇ ਵਿੱਚ ਵਾਧਾ ਲਗਾਤਾਰ ਗੈਸ ਸਿਲੰਡਰਾਂ ਦੇ ਵਿੱਚ ਵਾਧਾ ਲਗਾਤਾਰ ਹੋ ਰਿਹਾ। ਸੋ 1 ਸਤੰਬਰ ਨੂੰ ਭਾਰਤ ਸਰਕਾਰ ਨੇ ਹੋਰ ਤੋਹਫਾ ਭਾਰਤੀਆਂ ਨੂੰ ਦੇ ਦਿੱਤਾ। ਸੋ ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਹੈ ਜਿਹੜਾ LPG ਸਿਲੰਡਰ ਉਹਦੀ ਕੀਮਤ ਦੇ ਵਿੱਚ 25 ਰੁਪਏ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਹੁਣ ਦਿੱਲੀ ਦੇ ਵਿੱਚ ਇਹ 14 ਕਿਲੋ 200 ਗ੍ਰਾਮ ਵਾਲੇ ਸਿਲੰਡਰ ਦੀ ਕੀਮਤ 884 ਰੁਪਏ ਹੋ ਗਈ ਹੈ, ਜਦੋਂ ਕਿ ਜੋ ਕਮਰਸ਼ੀਅਲ ਸਿਲੰਡਰ ਨੀਲੇ ਰੰਗ ਦੇ ਵਰਤੇ ਜਾਂਦੇ ਨੇ ਉਹਨਾਂ ਦੀ ਕੀਮਤ ਦੇ ਵਿੱਚ 75 ਰੁਪਏ ਵਾਧਾ ਕੀਤਾ, ਜੋ ਹੁਣ ਦਿੱਲੀ ਦੇ ਵਿੱਚ 1693 ਰੁਪਏ ਦਾ ਇੱਕ ਸਿਲੰਡਰ ਮਿਲੇਗਾ। ਸੋ 1 ਸਤੰਬਰ ਤੋਂ ਇਹ ਜਿਹੜਾ ਵਾਧਾ ਸਿਲੰਡਰਾਂ ਦੀ ਕੀਮਤ ਵਿੱਚ ਲਗਾ ਦਿੱਤਾ ਗਿਆ। ਪੰਜਾਬ ਦੇ ਵਿੱਚ ਭਾਵੇਂ ਬੱਦਲਵਾਈ ਦੀ ਕਿਆਸ ਰਾਈ ਚੱਲ ਰਹੀ ਹੈ, ਬਾਰਿਸ਼ ਦੀਆਂ ਉਮੀਦਾਂ ਨੇ, ਪਰ ਫਿਰ ਵੀ ਸਤੰਬਰ ਦੇ ਵਿੱਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀਆਂ ਉਮੀਦਾਂ ਪ੍ਰਗਟ ਕੀਤੀਆਂ ਨੇ ਮੌਸਮ ਵਿਭਾਗ ਨੇ। ਪਰ ਭਾਰਤੀ ਮੌਸਮ ਵਿਭਾਗ ਨੇ ਆਖਿਆ ਕਿ ਅਗਸਤ ਮਹੀਨੇ ਆਮ ਦੇ ਨਾਲੋਂ 24% ਬਾਰਿਸ਼ ਘੱਟ ਦਰਜ ਕੀਤੀ ਗਈ ਹੈ। ਪੰਜਾਬ ਦੇ ਵਿੱਚ ਵੀ 24-25% ਬਾਰਿਸ਼ ਆਮ ਬਾਰਿਸ਼ ਦੇ ਨਾਲੋਂ ਘੱਟ ਹੈ ਜਿੰਨੀ ਹੁੰਦੀ ਹੈ। ਸੋ ਭਾਦੋਂ ਦੇ ਵਿੱਚ ਹੁਣ ਕੀ ਰੰਗ ਦਿਖਾਉਂਦਾ ਮੌਸਮ, ਇਹ ਆਉਣ ਵਾਲਾ ਸਮਾਂ ਦੱਸੇਗਾ। ਮਰਹੂਮ ਬਾਲੀਵੁੱਡ ਅਦਾਕਾਰਾ ਦਲੀਪ ਕੁਮਾਰ ਦੀ ਸ਼ਰੀਕੇ ਹਯਾਤ ਸਾਇਰਾ ਬਾਨੋ ਨੂੰ ICU ਦੇ ਵਿੱਚ ਦਾਖਲ ਕਰਵਾਇਆ ਗਿਆ। 77 ਸਾਲਾ ਉਮਰ ਦੀ ਇਸ ਅਦਾਕਾਰਾ ਸਾਇਰਾ ਬਾਨੋ ਨੂੰ ਬੰਬੇ ਦੇ ਹਿੰਦੂਜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜ਼ਿਕਰ ਖਾਸ ਹੈ ਕਿ ਸਾਇਰਾ ਬਾਨੋ ਦੇ ਪਤੀ ਦਲੀਪ ਕੁਮਾਰ ਦਾ ਜੁਲਾਈ ਮਹੀਨੇ ਦੇਹਾਂਤ ਹੋ ਗਿਆ ਸੀ। ਬਲੱਡ ਪ੍ਰੈਸ਼ਰ ਘਟਣ ਜਾਂ ਹੋਰ ਸਰੀਰਕ ਮਰਜ਼ਾਂ ਦੇ ਕਾਰਨ ਸਾਇਰਾ ਬਾਨੋ ਨੂੰ ਮੁੰਬਈ ਦੇ ਇਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਲਓ ਦੋਸਤੋ, ਅੱਜ ਇੰਨਾ ਹੀ। ਹੁਣ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਓ ਮਾਫੀ, ਕਿਉਂਕਿ ਕੁਝ ਮਸ਼ਰੂਫੀਅਤ ਦੇ ਕਾਰਨ ਅੱਜ ਲਾਈਵ ਪ੍ਰੋਗਰਾਮ ਨਹੀਂ ਪੇਸ਼ ਕਰ ਸਕੇ ਤੇ ਇਸੇ ਕਾਰਨ ਅੱਜ ਸੁਰਿੰਦਰ ਸਿੰਘ ਜੀ ਵੀ ਤੁਹਾਡੇ ਨਾਲ ਨਹੀਂ ਜੁੜ ਸਕੇ, ਇਸ ਦੇ ਲਈ ਮਾਫੀ। ਤੇ ਸਵੇਰੇ ਫੇਰ ਭਾਰਤੀ ਸਮਾਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਨਾਲ ਸਵੇਰੇ ਗੱਲਬਾਤ ਹੋਵੇਗੀ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰੱਖਾ। ਸ਼ਬਾ ਖੈਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।